ਸਤਿ ਸ਼੍ਰੀ ਅਕਾਲ ਜੀ। ਆਪ ਸਭ ਜੀ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਵਾਈਬ ਪੰਜਾਬ ਦੇ ਉੱਤੇ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਰਾਜੇ, ਆਪਾਂ ਸਟਾਰਟ ਕੀਤੀ ਹੈ ਪੰਜਾਬ ਜੀਕੇ। ਅੱਜ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਲੈ ਕੇ ਉਹਦੀ ਸੈਕਿੰਡ ਵੀਡੀਓ, ਪਾਰਟ ਨੰਬਰ 2। ਆਪਾਂ ਪਿਛਲੀ ਵੀਡੀਓ 'ਚ ਪੜ੍ਹਿਆ ਸੀ ਬੇਟੇ, ਤਿੰਨ ਗੁਰੂ ਸਾਹਿਬਾਨ ਜੀ ਬਾਰੇ ਪੜ੍ਹ ਲਿਆ ਸੀ ਆਪਾਂ। ਗੁਰੂ ਨਾਨਕ ਦੇਵ ਜੀ ਬਾਰੇ, ਗੁਰੂ ਅੰਗਦ ਦੇਵ ਜੀ ਬਾਰੇ ਤੇ ਗੁਰੂ ਅਮਰਦਾਸ ਜੀ ਬਾਰੇ। ਨੈਕਸਟ ਜਿਹੜਾ ਆਪਾਂ ਪੜ੍ਹਨਾ ਹੈ ਬੇਟੇ, ਆਪਾਂ ਪੜ੍ਹਨਾ ਗੁਰੂ ਰਾਮਦਾਸ ਜੀ ਬਾਰੇ ਪੜ੍ਹਨਾ ਹੈ। ਤੇ ਆਪਾਂ ਸਿਰਫ ਉਹੀ ਫੈਕਟ ਪੜ੍ਹਨੇ ਆ ਜਿਹੜੇ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਕਾਫੀ ਇੰਪੋਰਟੈਂਟ ਨੇ। ਚਲੋ ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ। ਤੇ ਪਲੀਜ਼ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਵੱਧ ਤੋਂ ਵੱਧ ਦੋਸਤਾਂ ਮਿੱਤਰਾਂ ਤੱਕ ਇਹ ਵੀਡੀਓ ਪਹੁੰਚ ਸਕੇ ਤੇ ਸਾਰੇ ਤਿਆਰੀ ਕਰ ਸਕਣ। ਤੇ ਜਿਹੜੇ ਬੱਚੇ ਚੈਨਲ ਤੇ ਨਵੇਂ ਨੇ ਬੇਟੇ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ। ਤੇ ਹੋ ਸਕਿਆ ਜੇ ਵਧੀਆ ਲੱਗੇ, ਤੁਹਾਨੂੰ ਲੱਗੇ ਵੀ ਮਿਹਨਤ ਕੀਤੀ ਹੈ ਸਰ ਨੇ, ਤਾਂ ਵੀਡੀਓ ਨੂੰ ਜ਼ਰੂਰ ਲਾਈਕ ਕਰਿਆ ਕਰੋ। ਚਲੋ ਜੀ ਸਟਾਰਟ ਕਰਦੇ ਹਾਂ ਆਪਾਂ। ਨੈਕਸਟ ਗੁਰੂ ਸਾਹਿਬਾਨ ਜਿਹੜੇ ਹੈਗੇ ਰਾਜੇ, ਫੋਰਥ ਗੁਰੂ ਸਾਹਿਬਾਨ ਨੇ ਆਪਣੇ ਗੁਰੂ ਰਾਮਦਾਸ ਜੀ ਮਹਾਰਾਜ ਨੇ। ਇਹਨਾਂ ਦਾ ਜੀਵਨ ਕਾਲ ਹੈਗਾ ਜੀ 1534 ਤੋਂ ਲੈ ਕੇ 1581। ਇਹ ਯਾਦ ਰੱਖਣ ਦੀ ਜ਼ਰੂਰਤ ਨਹੀਂ ਹੈਗੀ, ਨਾ ਹੀ ਕਦੇ ਐਗਜ਼ਾਮ ਦੇ ਵਿੱਚ ਪੁੱਛਿਆ ਜਾਂਦਾ ਹੈ ਔਰ ਨਾ ਹੀ ਕਦੇ ਪੁੱਛਿਆ ਗਿਆ ਹੈ। ਹੁਣ ਪੁੱਛਿਆ ਕੀ ਜਾਂਦਾ ਆਪਾਂ ਉਹ ਯਾਦ ਰੱਖਣਾ ਬੇਟੇ। ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਇਹਨਾਂ ਦਾ ਜਨਮ ਸਥਾਨ ਕਿੱਥੇ ਹੈ। ਇਹਨਾਂ ਦਾ ਜਨਮ ਹੋਇਆ ਜੀ ਚੂਨਾ ਮੰਡੀ ਲਾਹੌਰ ਦੇ ਵਿੱਚ ਹੋਇਆ ਹੈ। ਤੇ ਇਹ ਵੀ ਕੁਐਸਚਨ ਅੱਜ ਤੱਕ ਨਹੀਂ ਪੁੱਛਿਆ ਗਿਆ ਕਿ ਗੁਰੂ ਰਾਮਦਾਸ ਜੀ ਦਾ ਜਨਮ ਕਿੱਥੇ ਹੋਇਆ। ਹਾਂ, ਪੁੱਛਿਆ ਕੀ ਜਾਂਦਾ ਰਾਜੇ, ਜਿਹੜਾ ਵਾਰ-ਵਾਰ ਪੇਪਰ 'ਚ ਕੁਐਸਚਨ ਆਉਂਦਾ ਹੈ, ਗੁਰੂ ਰਾਮਦਾਸ ਜੀ ਦਾ ਜਿਹੜਾ ਨਾਮ ਸੀਗਾ ਪਹਿਲਾਂ, ਗੁਰੂ ਰਾਮਦਾਸ ਜੀ ਨਹੀਂ ਸੀਗਾ, ਉਹਨਾਂ ਦਾ ਨਾਮ ਕੀ ਸੀਗਾ? ਭਾਈ ਜੇਠਾ ਜੀ ਸੀਗਾ। ਠੀਕ ਹੈ ਜੀ, ਜੇਠਾ ਜੀ ਇਹਨਾਂ ਦਾ ਨਾਮ ਸੀਗਾ। ਇਹ ਕੁਐਸਚਨ ਤੁਹਾਨੂੰ ਅਕਸਰ ਐਗਜ਼ਾਮ ਦੇ ਵਿੱਚ ਦੇਖਣ ਨੂੰ ਮਿਲਿਆ ਹੋਊਗਾ ਔਰ ਵਾਰ-ਵਾਰ ਪੁੱਛਿਆ ਜਾਂਦਾ ਹੈ। ਤੇ ਜੇ ਆਪਾਂ ਗੱਲ ਕਰੀਏ ਭਾਈ ਲਹਿਣਾ ਜੀ ਕਿਹਦਾ ਨਾਮ ਸੀਗਾ, ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਹੋ। ਕੱਲ ਤੁਹਾਨੂੰ ਮੈਂ ਦੱਸਿਆ ਸੀਗਾ ਸਾਰਿਆਂ ਨੇ ਕਮੈਂਟ ਕਰਨਾ ਹੈ ਭਾਈ ਲਹਿਣਾ ਜੀ ਕਿਹੜੇ ਗੁਰੂ ਸਾਹਿਬਾਨ ਜੀ ਦਾ ਅਸਲੀ ਨਾਮ ਸੀਗਾ। ਠੀਕ ਹੈ ਜੀ। ਇਸ ਤੋਂ ਇਲਾਵਾ ਜਿਹੜੇ ਗੁਰੂ ਰਾਮਦਾਸ ਜੀ ਨੇ ਰਾਜੇ, ਇਹ ਆਪਣੀ ਸੋਢੀ ਫੈਮਿਲੀ ਨੂੰ ਬਿਲੋਂਗ ਕਰਦੇ ਨੇ, ਸੋਢੀ ਖੱਤਰੀ ਸੀਗੇ। ਠੀਕ ਹੈ ਜੀ, ਤਾਂ ਹੀ ਇਹਨਾਂ ਨੂੰ ਸੋਢੀ ਪਾਤਸ਼ਾਹ ਵੀ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਅਗਰ ਆਪਾਂ ਗੱਲ ਕਰੀਏ ਇਹਨਾਂ ਦੇ ਮਾਤਾ ਪਿਤਾ ਦੀ, ਤੇ ਪਿਤਾ ਜੀ ਦਾ ਨਾਮ ਸੀਗਾ ਹਰੀਦਾਸ ਜੀ ਤੇ ਮਾਤਾ ਦਾ ਨਾਮ ਕੀ ਸੀਗਾ? ਦਇਆ ਕੌਰ ਜੀ। ਇਹ ਵੀ ਯਾਦ ਰੱਖਣ ਦੀ ਜ਼ਰੂਰਤ ਨਹੀਂ। ਹਾਂ, ਤੁਸੀਂ ਯਾਦ ਰੱਖ ਸਕਦੇ ਹੋ, ਇਹਨਾਂ ਦੇ ਪਤਨੀ ਦਾ ਨਾਮ ਯਾਦ ਰੱਖਣਾ, ਬੀਬੀ ਭਾਨੀ ਜੀ। ਠੀਕ ਹੈ, ਹੁਣ ਤੁਹਾਨੂੰ ਪਤਾ ਹੋਊਗਾ ਜੀ ਬੀਬੀ ਭਾਨੀ ਜੀ ਕੌਣ ਨੇ। ਬੀਬੀ ਭਾਨੀ ਜੀ ਗੁਰੂ ਅਮਰਦਾਸ ਜੀ ਦੀ ਬੇਟੀ ਨੇ। ਤਾਂ ਆਪਾਂ ਇੱਥੋਂ ਪਤਾ ਕੀ ਲੱਗਦਾ ਕਿ ਜਿਹੜੇ ਗੁਰੂ ਅਮਰਦਾਸ ਜੀ ਨੇ, ਉਹਨਾਂ ਦੀ ਜਿਹੜੀ ਬੇਟੀ ਆ ਬੀਬੀ ਭਾਨੀ ਜੀ, ਠੀਕ ਹੈ ਜੀ, ਉਹਨਾਂ ਦੇ ਪਤੀ ਕੌਣ ਹੋ ਗਏ? ਗੁਰੂ ਰਾਮਦਾਸ ਜੀ। ਤਾਂ ਕਹਿਣ ਦਾ ਮਤਲਬ ਕੀ ਹੋ ਗਏ ਜੀ, ਇਹ ਗੁਰੂ ਅਮਰਦਾਸ ਜੀ ਦੇ ਕੀ ਹੋ ਗਏ? ਜਵਾਈ ਹੋ ਗਏ ਗੁਰੂ ਰਾਮਦਾਸ ਜੀ। ਠੀਕ ਹੈ ਜੀ, ਕਲੀਅਰ ਹੈ। ਇਹ ਥੋੜਾ ਜਿਹਾ ਲਿੰਕ ਯਾਦ ਰੱਖਣਾ ਹੈ। ਲਿੰਕ ਤਾਂ ਯਾਦ ਰੱਖਣਾ ਹੈ ਕਿ ਤੁਹਾਨੂੰ ਥੋੜਾ ਜਿਹਾ ਇਹਦੇ ਨਾਲ ਯਾਦ ਕਰਨਾ ਸੌਖਾ ਹੋ ਜਾਊਗਾ। ਹੁਣ ਆਪਾਂ ਗੱਲ ਕਰਦੇ ਹਾਂ ਅੱਗੇ, ਜਿਹੜੀ ਮੇਨ ਚੀਜ਼ ਗੱਲ ਕਰਦੇ ਹਾਂ, ਇਹਨਾਂ ਦੇ ਬੱਚੇ। ਇਹਨਾਂ ਦੇ ਬੱਚੇ ਯਾਦ ਰੱਖਣੇ ਤਾਂ ਜ਼ਰੂਰੀ ਹੈ ਕਿਉਂਕਿ ਜੀ ਇਹਨਾਂ ਦੇ ਸਪੁੱਤਰ ਦੀ ਗੱਲ ਕਰੀਏ, ਸਭ ਤੋਂ ਵੱਡੇ ਸਪੁੱਤਰ ਸੀਗੇ ਪ੍ਰਿਥੀ ਚੰਦ, ਫਿਰ ਮਹਾਦੇਵ, ਤੇ ਸਭ ਤੋਂ ਛੋਟੇ ਸੀਗੇ ਅਰਜਨ ਦੇਵ। ਇਹੀ ਅਰਜਨ ਦੇਵ ਜੀ ਅੱਗੇ ਜਾ ਕੇ ਪੰਜਵੇਂ ਪਾਤਸ਼ਾਹ ਬਣਨਗੇ। ਗੁਰੂ ਅਰਜਨ ਦੇਵ ਜੀ ਇਹ ਗੱਦੀ ਲੈਣਗੇ। ਉਹ ਆਪਾਂ ਅੱਗੇ ਜਾ ਕੇ ਦੇਖਦੇ ਹਾਂ ਵੀ ਕਿਹੜੇ ਕਿਹੜੇ ਸਰਕਮਟੈਂਸ ਬਣਦੇ ਆ ਗੱਦੀ ਲੈਣ ਦੇ, ਤੇ ਪ੍ਰਿਥੀ ਚੰਦ ਜਾਂ ਮਹਾਦੇਵ ਨੂੰ ਗੱਦੀ ਕਿਉਂ ਨਹੀਂ ਮਿਲੇਗੀ। ਓਕੇ ਹੈ ਜੀ। ਤਾਂ ਤਿੰਨ ਸਪੁੱਤਰ ਸੀਗੇ ਇਹਨਾਂ ਦੇ, ਤੇ ਗੁਰਤਾ ਗੱਦੀ ਇਹਨਾਂ ਨੇ ਸੰਭਾਲੀ ਆ 1574 ਦੇ ਵਿੱਚ, ਤੇ 1581 ਦੇ ਵਿੱਚ ਕੀ ਹੋ ਗਈ? ਇਹਨਾਂ ਨੇ ਜੋਤੀ ਜੋਤ ਸਮਾਇਆ ਸੀਗਾ। ਚਲੋ, ਇਹ ਵੀ ਨਹੀਂ ਪੁੱਛਿਆ ਜਾਂਦਾ ਵੀ ਗੁਰਤਾ ਗੱਦੀ ਦਾ ਕਿੰਨਾ ਕਾਲ ਪੀਰੀਅਡ ਸੀਗਾ, ਇਹ ਨਹੀਂ ਪੁੱਛਿਆ ਜਾਂਦਾ ਕਦੇ ਵੀ। ਹੁਣ ਪੁੱਛਿਆ ਕੀ ਜਾਊਗਾ, ਆਪਾਂ ਇਹ ਚੀਜ਼ ਦੇਖਣੀ ਹੈ ਕਿਉਂਕਿ ਇਹੀ ਚੀਜ਼ ਆਪਣੇ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਕਾਫੀ ਇੰਪੋਰਟੈਂਟ ਹੈ। ਹੁਣ ਇੱਕ ਤਾਂ ਤੁਹਾਨੂੰ ਮੈਂ ਦੱਸਤਾ ਕਿ ਇਹ ਪੁੱਛਿਆ ਜਾਂਦਾ ਵੀ ਇਹ ਕਿਹੜੀ ਜਾਤ ਨਾਲ, ਸੋਢੀ ਪਾਤਸ਼ਾਹ ਇਹਨਾਂ ਨੂੰ ਕਹਿੰਦੇ ਆ, ਸੋਢੀ ਖੱਤਰੀ ਸੀਗੇ। ਦੂਜਾ, ਇਹਨਾਂ ਦਾ origignal ਨਾਮ ਕੀ ਸੀਗਾ? ਜੇਠਾ ਜੀ ਸੀ। ਇਹਨਾਂ ਦੀ ਪਤਨੀ ਦਾ ਨਾਮ ਕੀ ਸੀਗਾ? ਬੀਬੀ ਭਾਨੀ ਜੀ। ਤੇ ਬੇਟੇ ਯਾਦ ਰੱਖਣੇ ਨੇ। ਤੇ ਅਗਲੀ ਜਿਹੜੀ ਮੋਸਟ ਇੰਪੋਰਟੈਂਟ ਚੀਜ਼ ਪੁੱਛਦੇ ਆ ਬੇਟੇ, ਸ਼ਹਿਰ ਦੀ ਸਥਾਪਨਾ। ਹੁਣ ਤੁਸੀਂ ਜਿਹਨੂੰ ਅੱਜ ਕੱਲ੍ਹ ਜਾਣਦੇ ਹੋ ਅੰਮ੍ਰਿਤਸਰ ਸਾਹਿਬ, ਸਾਰਿਆਂ ਨੂੰ ਪਤਾ ਅੰਮ੍ਰਿਤਸਰ ਸਾਹਿਬ ਗੋਲਡਨ ਸਿਟੀ ਕਹਿ ਦਿੰਦੇ ਆ। ਠੀਕ ਹੈ ਜੀ, ਜਿੱਥੇ ਆਪਣਾ ਹਰਿਮੰਦਰ ਸਾਹਿਬ ਹੈ। ਤਾਂ ਅੰਮ੍ਰਿਤਸਰ ਸ਼ਹਿਰ ਜਿਹੜਾ ਸ਼ਹਿਰ ਸੀਗਾ, ਇਹ ਵਸਾਇਆ ਕਿਹਨੇ ਸੀਗਾ? ਗੁਰੂ ਰਾਮਦਾਸ ਜੀ ਨੇ ਵਸਾਇਆ ਸੀਗਾ। ਹੁਣ ਦੂਸਰਾ ਕੁਐਸਚਨ ਇਹ ਪੁੱਛਿਆ ਜਾਂਦਾ ਹੈ ਵੀ ਜਿਹੜਾ ਅੰਮ੍ਰਿਤਸਰ ਹੈ ਉਹਦਾ origignal ਨਾਮ ਕੀ ਸੀਗਾ ਰਾਜੇ? ਉਹਦਾ origignal ਨਾਮ ਸੀਗਾ ਗੁਰੂ ਰਾਮਦਾਸਪੁਰ ਕਹਿ ਦਿੰਦੇ ਸੀਗੇ, ਜਾਂ ਗੁਰੂ ਕਾ ਚੱਕ ਕਹਿ ਦਿੰਦੇ ਸੀਗੇ। ਇਹ ਦੋਨੇ ਨਾਮ ਅਕਸਰ ਇਤਿਹਾਸ ਦੇ ਵਿੱਚ ਆਉਂਦੇ ਆ, ਗੁਰੂ ਕਾ ਚੱਕ ਤੇ ਰਾਮਦਾਸਪੁਰ। ਪੁਰਾਣੇ ਟਾਈਮ ਤੇ ਨਾ ਚੱਕ ਚੱਕ ਚੱਲਦਾ ਸੀਗਾ। ਠੀਕ ਹੈ, ਗੁਰੂ ਕਾ ਚੱਕ, ਠੀਕ ਹੈ, ਗੁਰੂ ਕਾ ਲਾਹੌਰ, ਇਦਾਂ ਦੀਆਂ ਚੀਜ਼ਾਂ ਚੱਲਦੀਆਂ ਸੀਗੀਆਂ। ਤਾਂ origignal ਨੇਮ ਕੀ ਆ? ਦੋਨੇ ਯਾਦ ਰੱਖਣੇ ਨੇ, ਰਾਮਦਾਸਪੁਰ ਤੇ ਗੁਰੂ ਕਾ ਚੱਕ। ਇਹ ਕੀ ਆ ਜੀ? ਅੰਮ੍ਰਿਤਸਰ ਸ਼ਹਿਰ ਕਿਹਨੇ ਵਸਾਇਆ ਸੀਗਾ? ਗੁਰੂ ਰਾਮਦਾਸ ਜੀ ਨੇ ਵਸਾਇਆ ਸੀਗਾ। ਠੀਕ ਹੈ ਜੀ, ਰਾਮਦਾਸ ਨਗਰ ਵੀ ਕਹਿ ਦਿੰਦੇ ਆ। ਕਲੀਅਰ ਹੈ। ਅੱਗੇ ਚੱਲਦੇ ਹਾਂ ਜੀ। ਹੁਣ ਅਗਲੀ ਗੱਲ ਜਿਹੜੀ ਮੇਨ ਇੰਪੋਰਟੈਂਟ ਚੀਜ਼ ਹੈਗੀ ਹੈ ਬੇਟੇ, ਇਹਨਾਂ ਨੇ ਇੱਕ ਸਿਸਟਮ ਚਲਾਇਆ ਸੀ ਜਿਹਨੂੰ ਕਹਿ ਦਿੰਦੇ ਆ ਜੀ ਮਸੰਦ ਸਿਸਟਮ। ਠੀਕ ਹੈ, ਹੁਣ ਜਿਵੇਂ ਆਪਾਂ ਪਿੱਛੇ ਪੜ੍ਹ ਕੇ ਆਏ ਹਾਂ, ਗੁਰੂ ਅਮਰਦਾਸ ਜੀ ਨੇ ਕੀ ਚਲਾਇਆ ਸੀਗਾ? ਇੱਕ ਮੰਜੀ ਪ੍ਰਥਾ ਚਲਾਈ ਸੀਗੀ। ਠੀਕ ਹੈ, ਜਿਹੜੀ ਮੰਜੀ ਪ੍ਰਥਾ ਸੀਗੀ ਜਾਂ ਮੰਜੀ ਪ੍ਰਣਾਲੀ ਸੀਗੀ, ਉਹ ਕਿਹਨੇ ਚਲਾਈ ਸੀਗੀ? ਆਪਣੇ ਗੁਰੂ
ਅਮਰਦਾਸ ਜੀ ਨੇ ਚਲਾਈ ਸੀ, ਜਿਹਦੇ ਵਿੱਚ ਉਹਨਾਂ ਨੇ 22 ਮੰਜੀਆਂ ਸਥਾਪਿਤ ਕੀਤੀਆਂ ਸੀਗੀਆਂ ਆਲ ਓਵਰ ਇੰਡੀਆ ਦੇ ਵਿੱਚ। ਉਹ ਮੰਜੀਆਂ ਦਾ ਕੰਮ ਕੀ ਸੀਗਾ ਕਿ ਗੁਰੂ ਨਾਨਕ ਦੇਵ ਜੀ ਦਾ ਮੈਸੇਜ ਪਹੁੰਚਾਉਣਾ ਸਾਰੀ ਸੰਗਤ ਤੱਕ। ਤੇ ਮਸੰਦ ਸਿਸਟਮ ਦੇ ਵਿੱਚ ਕੀ ਸੀਗਾ ਬੇਟੇ, ਦੇਖੋ ਇਹਨਾਂ ਨੇ ਇੱਕ ਨਵਾਂ ਨਗਰ ਵਸਾਇਆ ਅੰਮ੍ਰਿਤਸਰ ਸ਼ਹਿਰ। ਉਹਦੇ ਵਾਸਤੇ ਥੋੜੀ ਬਹੁਤੀ ਪੈਸੇ ਦੀ ਜ਼ਰੂਰਤ ਸੀਗੀ, ਤਾਂ ਇਹਨਾਂ ਨੇ ਇੱਕ ਮਸੰਦ ਸਿਸਟਮ ਚਲਾਇਆ। ਮਸੰਦ ਸਿਸਟਮ ਦੇ ਵਿੱਚ ਕੀ ਹੁੰਦਾ ਸੀਗਾ ਕਿ ਮੰਨ ਲਓ ਇੱਕ ਮੇਨ ਬੰਦੇ ਨੂੰ ਕੀ ਕੀਤਾ ਜਾਂਦਾ ਸੀਗਾ, ਅਪੁਆਇੰਟ ਕੀਤਾ ਜਾਂਦਾ ਸੀਗਾ। ਜਿਵੇਂ ਮੰਜੀ ਦੇ ਵਿੱਚ ਕੀ ਸੀਗਾ ਕਿ ਮੰਨ ਲਓ ਇੱਕ ਬੰਦੇ ਨੂੰ ਕੀ ਕਰਤਾ, ਮੋਨੀਟਰ ਬਣਾਤਾ ਕਿ ਤੂੰ ਫਲਾਣੇ ਪਿੰਡ ਦੇ ਵਿੱਚ ਜਾ ਕੇ ਉੱਥੇ ਪ੍ਰਸਾਰ ਕਰਨਾ ਸਿੱਖਿਆਵਾਂ ਦਾ। ਉਵੇਂ ਮਸੰਦ ਸਿਸਟਮ ਦੇ ਵਿੱਚ ਇੱਕ ਬੰਦੇ ਨੂੰ ਭੇਜ ਦਿੰਦੇ ਸੀਗੇ ਕਿ ਜਿੰਨੀ ਵੀ ਸੰਗਤ ਹੈ ਉਹਨਾਂ ਤੋਂ ਜਿੰਨੀ ਵੀ ਉਹਨਾਂ ਦੀ ਇਨਕਮ ਹੈ, ਉਸ ਇਨਕਮ ਦਾ 1/10ਵਾਂ ਹਿੱਸਾ, ਠੀਕ ਹੈ, ਤੁਸੀਂ ਕਲੈਕਟ ਕਰਨਾ ਹੈ, ਜਿਹਨੂੰ ਆਪਾਂ ਕਹਿ ਦਿੰਦੇ ਆ ਦਸਵੰਧ ਸਿਸਟਮ। ਜਿਹਨੂੰ ਆਪਾਂ ਕੀ ਕਹਿ ਦਿੰਦੇ ਆ, ਦਸਵੰਧ ਸਿਸਟਮ ਕਹਿ ਦਿੰਦੇ ਆ। ਹੁਣ ਤੁਸੀਂ ਇੱਥੇ ਇਹ ਨਹੀਂ ਯਾਦ ਰੱਖਣਾ ਕਿ ਦਸਵੰਧ ਸਿਸਟਮ ਗੁਰੂ ਰਾਮਦਾਸ ਜੀ ਨੇ ਚਲਾਇਆ। ਹੁਣ ਇਹ ਵੀ ਕੁਐਸਚਨ ਬਹੁਤ ਪੁੱਛਿਆ ਜਾਂਦਾ ਐਗਜ਼ਾਮ ਦੇ ਵਿੱਚ, ਉਹ ਮੈਂ ਦੱਸੂਗਾ ਵੀ ਕਿਹੜੇ ਗੁਰੂ ਸਾਹਿਬਾਨ ਨੇ ਚਲਾਇਆ। ਮੈਂ ਸਿਰਫ ਤੁਹਾਨੂੰ ਇੱਕ ਮੀਨਿੰਗ ਸਮਝਾ ਰਿਹਾ ਮਸੰਦ ਸਿਸਟਮ ਦਾ, ਕਿ ਮਸੰਦ ਸਿਸਟਮ ਦਾ ਮਤਲਬ ਕੀ ਹੈ। ਮਸੰਦ ਸਿਸਟਮ ਦਾ ਮਤਲਬ ਹੈਗਾ ਕਿ ਕਲੈਕਸ਼ਨ ਕਰਨੀ ਇਨਕਮ ਦੀ। ਮੰਨ ਲਓ ਮੇਰੀ ਇਨਕਮ ਕੀ ਹੈ, ਮੰਨ ਲਓ ਮੇਰੀ ਇਨਕਮ ਹੈਗੀ ਹੈ 10,000 ਰੁਪਈਆ, ਤਾਂ ਠੀਕ ਹੈ, ਇਹਦਾ 10ਵਾਂ ਹਿੱਸਾ ਕਿੰਨਾ ਹੋ ਗਿਆ, 1000 ਰੁਪਈਆ। ਤਾਂ 1000 ਰੁਪਈਆ ਮੈਂ ਆਪਣੀ ਸ਼ਰਧਾ ਨਾਲ ਕੀ ਕਰੂੰਗਾ, ਕਲੈਕਟ ਕਰਕੇ ਦਊਂਗਾ। ਕਾਹਦੇ ਵਾਸਤੇ, ਗੁਰੂ ਘਰ ਵਾਸਤੇ, ਜਾਂ ਕਹਿ ਲਓ ਸਮਾਜ ਸੇਵਾ ਵਾਸਤੇ, ਠੀਕ ਹੈ ਜੀ। ਤਾਂ ਮਸੰਦ ਸਿਸਟਮ ਸੀਗਾ। ਪਰ ਜਿਵੇਂ ਜਿਵੇਂ ਟਾਈਮ ਬੀਤਦਾ ਗਿਆ, ਮਸੰਦ ਸਿਸਟਮ ਦੇਖੋ ਪੁਰਾਣੇ ਲੋਕ ਸੀਗੇ ਜਿਹੜੇ ਬਹੁਤ ਇਮਾਨਦਾਰ ਹੁੰਦੇ ਸੀਗੇ, ਗੁਰੂ ਘਰ ਨਾਲ ਪਿਆਰ ਕਰਦੇ ਸੀ। ਹੌਲੀ ਹੌਲੀ ਕੀ ਹੋਇਆ, ਜਿਵੇਂ ਜਿਵੇਂ ਮਸੰਦ ਸਿਸਟਮ ਅੱਗੇ ਵੱਧਦਾ ਗਿਆ, ਕਲੈਕਸ਼ਨ ਵੱਧ ਆਉਣੀ ਸ਼ੁਰੂ ਹੋ ਗਈ। ਦੇਖੋ ਜਦੋਂ ਪੈਸਾ ਆਉਣਾ ਸ਼ੁਰੂ ਹੁੰਦਾ, ਮਨ 'ਚ ਬੇਈਮਾਨੀ ਆਉਣੀਆਂ ਸ਼ੁਰੂ ਹੋ ਜਾਂਦੀਆਂ। ਤਾਂ ਐਂਡ ਤੇ ਜਾ ਕੇ ਇਹ ਮਸੰਦ ਸਿਸਟਮ ਇੰਨਾ ਵਿਗੜ ਗਿਆ ਸੀ, ਜਿਹੜੇ ਮਸੰਦ ਸੀਗੇ ਉਹ ਕੀ ਕਰਦੇ ਸੀਗੇ, ਉਹ ਪੈਸੇ ਦੀ ਦੁਰਵਰਤੋਂ ਕਰਨੀ ਸ਼ੁਰੂ ਕਰ ਗਏ ਸੀਗੇ। ਤਾਂ ਹੀ ਅੱਗੇ ਜਾ ਕੇ ਜਿਹੜਾ ਮਸੰਦ ਸਿਸਟਮ ਹੈ ਰਾਜੇ, ਇਹਨੂੰ ਬੰਦ ਕਰ ਦਿੱਤਾ ਗਿਆ। ਕਿਹਦੇ ਦੁਆਰਾ ਬੰਦ ਕੀਤਾ ਗਿਆ, ਗੁਰੂ ਗੋਬਿੰਦ ਸਾਹਿਬ ਜੀ ਦੁਆਰਾ ਬੰਦ ਕੀਤਾ ਗਿਆ। ਇਹਨੂੰ ਬੰਦ ਕਰਨ ਦਾ ਮਕਸਦ ਇਹੀ ਸੀਗਾ ਕਿ ਇਹਦੀ ਦੁਰਵਰਤੋਂ ਹੋਣ ਲੱਗ ਗਈ ਸੀਗੀ, ਜਿਵੇਂ ਅੱਜ ਕੱਲ੍ਹ ਹੋ ਰਹੀ ਹੈ। ਤੁਸੀਂ ਦੇਖਦੇ ਹੋ ਕਿ ਆਪਾਂ ਆਪਣੀ ਸ਼ਰਧਾ ਨਾਲ ਪੈਸਾ ਦੇ ਕੇ ਆਉਣੇ ਆ ਗੁਰੂ ਘਰ, ਪਰ ਉਹ ਗੁਰੂ ਘਰ ਦੇ ਵਿੱਚ ਨਹੀਂ ਵਰਤਿਆ ਜਾਂਦਾ। ਵੱਖਰੀਆਂ ਵੱਖਰੀਆਂ ਪਾਰਟੀਆਂ ਵਰਤ ਰਹੀਆਂ ਨੇ, ਜਾਂ ਕੋਈ ਦੁਰਵਰਤੋਂ ਕਰ ਰਿਹਾ, ਜਾਂ ਕੋਈ ਬਾਬੇ ਵਰਤ ਰਹੇ ਨੇ, ਠੀਕ ਹੈ। ਤੇ ਇਸ ਕਰਕੇ ਦੇਖੋ ਇਹ ਸਿਸਟਮ ਨੂੰ ਕੀ ਕੀਤਾ, ਗੁਰੂ ਗੋਬਿੰਦ ਸਿੰਘ ਜੀ ਨੇ ਬੰਦ ਕਰਤਾ। ਹੁਣ ਆਪਾਂ ਇੱਥੇ ਇਮੋਸ਼ਨਲ ਨਹੀਂ ਹੋਣਾਗਾ, ਆਪਾਂ ਐਗਜ਼ਾਮ ਪੁਆਇੰਟ ਆਫ View ਤੋਂ ਪੜ੍ਹਨਾ ਵੀ। ਦੋ ਕੁਐਸਚਨ ਬਹੁਤ ਵਾਰੀ ਪੁੱਛੇ ਜਾਂਦੇ ਆ ਕਿ ਮਸੰਦ ਸਿਸਟਮ ਚਲਾਇਆ ਕਿਹਨੇ ਹੈ। ਜੇ ਚਲਾਉਣ ਦੀ ਗੱਲ ਕਰਾਂਗੇ ਤਾਂ ਗੁਰੂ ਰਾਮਦਾਸ ਜੀ, ਤੇ ਬੰਦ ਕਰਨ ਦੀ ਗੱਲ ਕਰਾਂਗੇ ਤਾਂ ਗੁਰੂ ਗੋਬਿੰਦ ਸਾਹਿਬ ਜੀ ਨੇ ਬੰਦ ਕੀਤਾ ਸੀਗਾ ਮਸੰਦ ਸਿਸਟਮ। ਇਹਨੂੰ ਧਿਆਨ 'ਚ ਰੱਖਣਾ ਬੇਟੇ, ਬਹੁਤ ਜ਼ਰੂਰੀ ਹੈ। ਤੇ ਮਸੰਦ ਸਿਸਟਮ ਤੁਹਾਨੂੰ ਮੈਂ ਦੱਸਤਾ, ਇਹਦਾ ਮਤਲਬ ਹੁੰਦਾ ਕੀ ਸੀਗਾ, ਆਪਣੀ ਕਮਾਈ ਦਾ 10ਵਾਂ ਹਿੱਸਾ ਕੀ ਕਰਨਾ, ਮਸੰਦ ਨੂੰ ਦੇਣਾ, ਠੀਕ ਹੈ। ਮਸੰਦ ਕੌਣ ਹੁੰਦੇ ਸੀਗੇ, ਜਿਹੜੇ ਅਪਾਇੰਟ ਕਰਦੇ ਸੀ ਗੁਰੂ ਸਾਹਿਬਾਨ ਕਿ ਇਹ ਕਲੈਕਟ ਕਰਕੇ ਲੈ ਕੇ ਆਓ। ਇਸੇ ਮਸੰਦ ਸਿਸਟਮ ਦੇ ਵਿੱਚੋਂ ਨਿਕਲ ਕੇ ਆਉਂਦੇ ਇੱਕ ਬਹੁਤ ਹੀ ਸ਼ਰਧਾਲੂ, ਬਹੁਤ ਹੀ ਨਿੱਘੇ ਸੁਭਾਅ ਦੇ ਮਾਲਕ ਸੀਗੇ ਭਾਈ ਗੁਰਦਾਸ ਜੀ। ਤਾਂ ਕਈ ਵਾਰੀ ਪੁੱਛਿਆ ਜਾਂਦਾ ਭਾਈ ਗੁਰਦਾਸ ਜੀ ਦਾ ਮਿਲਾਪ ਕਿਵੇਂ ਹੋਇਆ ਗੁਰੂ ਰਾਮਦਾਸ ਜੀ ਦੇ ਨਾਲ, ਤਾਂ ਮਸੰਦ ਸਿਸਟਮ ਦੇ ਵਿੱਚ ਇਹ ਭਾਈ ਗੁਰਦਾਸ ਜੀ ਮਿਲੇ ਸੀਗੇ, ਗੁਰੂ ਰਾਮਦਾਸ ਜੀ ਨੂੰ ਮਿਲੇ ਸੀਗੇ, ਠੀਕ ਹੈ ਜੀ। ਹੁਣ ਭਾਈ ਗੁਰਦਾਸ ਜੀ ਦਾ ਜ਼ਿਕਰ ਅੱਗੇ ਜਾ ਕੇ ਆਊਗਾ, ਇਤਿਹਾਸ ਦੇ ਵਿੱਚ ਆਪਾਂ ਪੜ੍ਹਦੇ ਹਾਂ। ਐਗਜ਼ਾਮ ਪੁਆਇੰਟ ਆਫ View ਤੋਂ ਕਿਉਂ ਪੁੱਛਿਆ ਜਾਂਦਾ ਭਾਈ ਗੁਰਦਾਸ ਜੀ ਬਾਰੇ, ਉਹ ਆਪਾਂ ਅੱਗੇ ਪੜਾਂਗੇ। ਫਿਲਹਾਲ ਆਪਾਂ ਕੀ ਪੜ੍ਹਿਆ, ਮਸੰਦ ਸਿਸਟਮ ਬਾਰੇ ਪੜ੍ਹਿਆ। ਹੁਣ ਅਗਰ ਆਪਾਂ ਗੱਲ ਕਰੀਏ ਗੁਰੂ ਰਾਮਦਾਸ ਜੀ ਦੀਆਂ ਰਚਨਾਵਾਂ ਦੀ ਗੱਲ ਕਰੀਏ, ਤਾਂ ਸਭ ਤੋਂ ਵਧੀਆ, ਸਭ ਤੋਂ ਵੱਡੀ ਜਿਹੜਾ ਮੋਸਟ ਇੰਪੋਰਟੈਂਟ ਚੀਜ਼ ਪੁੱਛੀ ਜਾਂਦੀ ਆ, ਉਹ ਪੁੱਛਿਆ ਜਾਂਦਾ ਲਾਵਾਂ। ਲਾਸਟ ਟਾਈਮ ਤੁਹਾਨੂੰ ਮੈਂ ਪੜ੍ਹਾ ਕੇ ਆਇਆ ਸੀਗਾ ਆਨੰਦ ਸਾਹਿਬ। ਆਨੰਦ ਸਾਹਿਬ ਤੁਹਾਨੂੰ ਮੈਂ ਦੱਸਿਆ ਸੀਗਾ ਕਿ ਜਿਹੜਾ ਬੰਦਾ ਨਿਤਨੇਮ ਕਰਦਾ, ਜਾਂ ਜਿਹਨੂੰ ਬਾਣੀ ਦੀ ਥੋੜੀ ਬਹੁਤੀ ਸਮਝ ਹੈ, ਜਾਂ ਜਿਹੜਾ ਗੁਰਦੁਆਰਾ ਸਾਹਿਬ ਜਾਂਦਾ ਸਵੇਰੇ ਸ਼ਾਮ, ਜਾਂ ਕਿਤੇ ਕਿਤੇ ਵੀ ਜਾਂਦਾ, ਉਹਨੇ ਆਨੰਦ ਸਾਹਿਬ ਸੁਣਿਆ ਹੋਊਗਾ। ਤਾਂ ਆਨੰਦ ਸਾਹਿਬ ਸ਼ੁਰੂ ਹੁੰਦਾ ਜੀ, ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓੰਕਾਰ ਸਤਿਗੁਰੂ ਪ੍ਰਸਾਦ। ਮਹੱਲਾ ਤੀਜਾ ਦਾ ਮਤਲਬ ਕੀ ਹੈ, ਤੀਸਰੇ ਗੁਰੂ ਸਾਹਿਬਾਨ। ਤੇ ਆਨੰਦ ਕਾਰਜ ਕੀ ਹੁੰਦੇ ਆ, ਜਿਹੜੀ ਕਿ ਮੈਰਿਜ ਸੈਰਮਨੀ ਹੁੰਦੀ ਆ ਸਿੱਖ ਦੀ, ਉਹਨੂੰ ਆਨੰਦ ਕਾਰਜ ਕਹਿ ਦਿੰਦੇ ਆ। ਆਨੰਦ ਕਾਰਜ ਦੇ ਵਿੱਚ ਲਾਵਾਂ ਪੜ੍ਹੀਆਂ ਜਾਂਦੀਆਂ, ਤੇ ਉਸ ਤੋਂ ਉਪਰੰਤ ਕੀ ਪੜ੍ਹਿਆ ਜਾਂਦਾ, ਆਨੰਦ ਸਾਹਿਬ ਪੜ੍ਹਿਆ ਜਾਂਦਾ। ਤੇ ਲਾਵਾਂ ਬੇਸਿਕਲੀ ਕੀ ਹੁੰਦੀਆਂ ਰਾਜੇ, ਇਹ 4 ਸਟੈਂਜਾ ਹੁੰਦਾ, 4 ਯਾਨੀ ਕਿ 4 ਪਾਰਟ ਦੇ ਵਿੱਚ ਕਹਿ ਲਓ, ਜਾਂ 4 ਭਾਗ ਹੁੰਦੇ ਆ ਇਹਦੇ, 4 ਲਾਵਾਂ ਪੜ੍ਹੀਆਂ ਜਾਂਦੀਆਂ, ਉਸ ਤੋਂ ਉਪਰੰਤ ਆਨੰਦ ਸਾਹਿਬ ਪੜ੍ਹਿਆ ਜਾਂਦਾ। ਤਾਂ ਇੱਕ ਸਿੱਖ ਦੇ ਵਿਆਹ ਦੀ ਰਸਮ ਕੀ ਕੀਤੀ ਜਾਂਦੀ ਹੈ, ਪੂਰੀ ਕੀਤੀ ਜਾਂਦੀ ਹੈ। ਤਾਂ ਲਾਵਾਂ ਯਾਦ ਰੱਖਣੀਆਂ ਨੇ ਰਾਜੇ। ਇੱਕ ਵਾਰੀ ਕੁਐਸਚਨ ਆ ਗਿਆ ਸੀ ਕਿੰਨੀਆਂ ਪੌੜੀਆਂ ਹੁੰਦੀਆਂ, ਜਾਂ ਕਿੰਨਾ ਸਟੈਂਜਾਸ ਹੁੰਦੇ ਨੇ ਲਾਵਾਂ ਦੇ, 4 ਸਟੈਂਜਾਸ ਹੁੰਦੇ ਨੇ, ਕਲੀਅਰ ਹੈ। ਇਸ ਤੋਂ ਇਲਾਵਾ ਜਿਹੜੀਆਂ ਘੋੜੀਆਂ, ਹੁਣ ਘੋੜੀਆਂ ਕੀ ਹੁੰਦਾ ਰਾਜੇ, ਪੁਰਾਣੇ ਟਾਈਮ ਤੇ ਦੇਖੋ ਅੱਜ ਕੱਲ ਵਾਲਾ ਸਿਸਟਮ ਨਹੀਂ ਸੀਗਾ, ਅਲੱਚਰ ਗਾਇਕੀ ਨਹੀਂ ਸੀਗੀ ਉਸ ਟਾਈਮ ਤੇ, ਇਹ ਨਹੀਂ ਸੀਗਾ ਡੀਜੇ ਲੱਗਦੇ ਸੀ, ਡੀਜੇ ਵੱਜਦੇ ਸੀਗੇ। ਉਸ ਟਾਈਮ ਤੇ ਲੋਕ ਆਪਣੇ ਦੁੱਖ ਸੁੱਖ ਦਾ ਜਿਹੜਾ ਪ੍ਰਗਟਾਵਾ ਸੀਗਾ ਕਿਵੇਂ ਕਰਦੇ ਸੀਗੇ, ਜਿਵੇਂ ਕੋਈ ਮਰ ਗਿਆ ਤਾਂ ਕੀਰਨੇ ਪੈਂਦੇ ਸੀ, ਜਾਂ ਫਿਰ ਜੇ ਕੋਈ ਵਿਆਹ ਹੁੰਦਾ ਸੀ ਤਾਂ ਘੋੜੀਆਂ ਗਾਈਆਂ ਜਾਂਦੀਆਂ ਸੀਗੀਆਂ। ਜਿਹੜੀਆਂ ਘੋੜੀਆਂ ਇਹ ਗੁਰੂ ਰਾਮਦਾਸ ਜੀ ਦੀ ਦੇਣ ਨੇ, ਇਹ ਘੋੜੀਆਂ ਗਾਈਆਂ ਜਾਂਦੀਆਂ ਜਿਹੜੀਆਂ, ਇਹ ਗੁਰੂ ਰਾਮਦਾਸ ਜੀ ਦੀ ਹੀ ਦੇਣ ਹੈ ਸਿੱਖਾਂ ਨੂੰ, ਠੀਕ ਹੈ, ਆਪਣੇ ਸਮਾਜ ਨੂੰ। ਤਾਂ ਘੋੜੀਆਂ ਬੇਟੇ ਗਾਉਂਦੇ ਆ। ਕੁਐਸਚਨ ਇੱਕ ਵਾਰੀ ਪੇਪਰ ਦੇ ਵਿੱਚ ਕੀ ਪੁੱਛਿਆ ਗਿਆ ਸੀਗਾ, ਜਿਹੜਾ PPSC ਨੇ ਪੁੱਛਦੇ ਆ, PPSC ਦਾ ਲੈਵਲ ਥੋੜਾ ਜਿਹਾ ਕੀ ਹੁੰਦਾ,
ਡੀਪਲੀ ਹੁੰਦਾ ਹੈ। ਕਹਿੰਦੇ ਜੀ ਘੋੜੀਆਂ ਚਲੋ ਜਿਹੜੇ ਸਿੰਪਲ ਪੇਪਰ ਹੁੰਦੇ ਉੱਥੇ ਐ ਪੁੱਛਦੇ ਆ ਵੀ ਘੋੜੀਆਂ ਕਿਹਨੇ ਮਤਲਬ ਕਿ ਇੰਟਰੋਡਿਊਸ ਕੀਤੀਆਂ, ਤਾਂ ਗੁਰੂ ਰਾਮਦਾਸ ਜੀ ਨੇ ਕੀਤੀਆਂ। ਅੱਛਾ ਘੋੜੀਆਂ ਹੁੰਦੀਆਂ ਕੀ ਆ, ਕਦੋਂ ਗਾਈਆਂ ਜਾਂਦੀਆਂ? ਤਾਂ ਕੁਐਸਚਨ ਆਇਆ ਸੀਗਾ ਵਿਆਹ ਮੌਕੇ, ਮਰਗ ਮੌਕੇ, ਫਲਾਣੇ ਮੌਕੇ। ਤਾਂ ਰਾਜੇ ਇਹ ਵਿਆਹ ਮੌਕੇ ਗਾਈਆਂ ਜਾਂਦੀਆਂ, ਜਦੋਂ ਕੀ ਹੁੰਦਾ ਵਿਆਹ ਹੁੰਦਾ ਮੁੰਡੇ ਦਾ, ਠੀਕ ਹੈ, ਮੁੰਡੇ ਦਾ ਵਿਆਹ ਹੁੰਦਾ ਉਦੋਂ ਘੋੜੀਆਂ ਗਾਈਆਂ ਜਾਂਦੀਆਂ। ਮੁੰਡੇ ਕੁੜੀ ਦਾ ਵਿਆਹ ਹੁੰਦਾ ਤਾਂ ਘੋੜੀਆਂ ਗਾਈਆਂ ਜਾਂਦੀਆਂ। ਕਲੀਅਰ ਹੈ ਜੀ, ਇਹ ਯਾਦ ਰੱਖਣਾ ਤੁਸੀਂ, ਐਗਜ਼ਾਮ ਪੁਆਇੰਟ ਆਫ View ਤੋਂ ਪੁੱਛਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਇਹਨਾਂ ਦੇ 638 ਸ਼ਲੋਕ ਨੇ, 30 ਵੱਖਰੇ ਵੱਖਰੇ ਰਾਗਾਂ ਦੇ ਵਿੱਚ ਇਹ ਦਰਜ ਨੇ, ਠੀਕ ਹੈ, ਇਹ ਵੀ ਯਾਦ ਰੱਖ ਸਕਦੇ ਹੋ। ਬਾਕੀ ਐਗਜ਼ਾਮ ਦੇ ਵਿੱਚ ਕਦੇ ਅੱਜ ਤੱਕ ਪੁੱਛਿਆ ਨਹੀਂ ਗਿਆ ਸ਼ਲੋਕ ਬਾਰੇ, ਘੋੜੀਆਂ ਤੇ ਲਾਵਾਂ ਬਾਰੇ ਪੁੱਛਿਆ ਜਾਂਦਾ ਹੈ। ਅਗਰ ਅੱਗੇ ਅੱਗੇ ਆਪਾਂ ਗੱਲ ਕਰੀਏ ਵੀ ਕਿਹੜੇ ਮੁਗਲ ਬਾਦਸ਼ਾਹ ਸੀਗੇ ਇਹਨਾਂ ਦੇ ਟਾਈਮ ਤੇ, ਸਮਕਾਲੀ ਕੌਣ ਸੀਗੇ, ਤਾਂ ਅਕਬਰ ਸੀਗਾ ਇਹਨਾਂ ਦੇ ਟਾਈਮ ਤੇ, ਠੀਕ ਹੈ ਜੀ। ਅਕਬਰ ਤੋਂ ਬਾਅਦ, ਠੀਕ ਹੈ, ਇੱਕ ਚੀਜ਼ ਆਪਾਂ ਹੋਰ ਗੱਲ ਕਰਦੇ ਆ, ਇੱਕ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ ਤੁਹਾਨੂੰ, ਚਲੋ ਉਹ ਵੀ ਮੈਂ ਤੁਹਾਨੂੰ ਦੱਸ ਦਿੰਦਾ। ਵੈਸੇ ਜ਼ਰੂਰਤ ਤਾਂ ਨਹੀਂ ਹੈਗੀ ਉਹਦੀ, ਸ਼ਾਇਦ ਨਾ ਹੀ ਪੁੱਛਿਆ ਜਾਵੇ ਤੁਹਾਨੂੰ ਐਗਜ਼ਾਮ ਦੇ ਵਿੱਚ, ਬਟ ਮੈਂ ਤੁਹਾਨੂੰ ਵੈਸੇ ਸੁਣਾ ਦੂੰਗਾ। ਹੁਣ ਦੇਖੋ ਜੀ, ਚਲੋ ਲਾਸਟ ਆਪਾਂ ਗੱਲ ਕਰਦੇ ਹਾਂ ਜੋਤੀ ਜੋਤ ਦੀ। 1581 ਦੇ ਵਿੱਚ ਜੋਤੀ ਜੋਤ ਸਮਾਏ ਸੀ ਗੋਇੰਦਵਾਲ ਸਾਹਿਬ ਵਿਖੇ। ਇੱਕ ਮੈਂ ਪਹਿਲਾਂ ਤੁਹਾਨੂੰ ਪੜ੍ਹਾਇਆ ਹੋਇਆ ਹੈ, ਆਪਣੇ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਦੋ ਬੱਚੇ ਸੀਗੇ, ਬਾਬਾ ਸ਼੍ਰੀ ਚੰਦ ਜੀ ਤੇ ਬਾਬਾ ਲਖਮੀ ਦਾਸ। ਤੇ ਬਾਬਾ ਸ਼੍ਰੀ ਚੰਦ ਤੁਹਾਨੂੰ ਸਾਰਿਆਂ ਨੂੰ ਪਤਾ, ਜਿਹੜੇ ਬਾਬਾ ਸ਼੍ਰੀ ਚੰਦ ਜੀ ਸੀਗੇ ਉਹ ਦਾਸ ਮਤ ਦੇ ਨਾਲ ਕੀ ਕਰਦੇ ਸੀਗੇ, ਸੰਬੰਧ ਰੱਖਦੇ ਸੀਗੇ, ਠੀਕ ਹੈ, ਸਾਰਿਆਂ ਨੂੰ ਪਤਾ ਹੈ। ਜਿਹੜੇ ਬਾਬਾ ਸ਼੍ਰੀ ਚੰਦ ਜੀ ਸੀਗੇ ਉਹ ਕਦੇ ਵੀ ਕਿਸੇ ਗੁਰੂ ਸਾਹਿਬਾਨ ਨੂੰ ਮਿਲਣ ਨਹੀਂ ਆਏਗੇ, ਸਿਰਫ ਗੁਰੂ ਰਾਮਦਾਸ ਜੀ ਨੂੰ ਮਿਲਣ ਆਏ ਆ। ਇੱਕ ਵਾਰੀ ਇਹ ਕੁਐਸਚਨ ਪੁੱਛਿਆ ਗਿਆ ਸੀ ਕਿ ਬਾਬਾ ਸ਼੍ਰੀ ਚੰਦ ਜੀ ਕਿਹੜੇ ਗੁਰੂ ਸਾਹਿਬਾਨ ਜੀ ਨੂੰ ਅੰਮ੍ਰਿਤਸਰ ਵਿਖੇ ਮਿਲਣ ਆਏ ਸੀ, ਤਾਂ ਰਾਈਟ ਆਂਸਰ ਬਣੂਗਾ ਤੁਹਾਡਾ ਗੁਰੂ ਰਾਮਦਾਸ ਜੀ। ਇਹਦੇ ਪਿੱਛੇ ਵੀ ਇੱਕ ਸਟੋਰੀ ਹੈ ਕਿ ਕਿਸੇ ਨੇ ਗੁਰੂ ਸ਼੍ਰੀ ਚੰਦ ਜੀ ਨੂੰ ਜਾ ਕੇ ਕਿਹਾ ਸੀਗਾ ਕਿ ਜਿਹੜੇ ਗੁਰੂ ਰਾਮਦਾਸ ਜੀ ਨੇ ਉਹਨਾਂ 'ਚ ਬਹੁਤ ਨਿਮਰਤਾ ਹੈ, ਬਹੁਤ ਨਿੱਘੇ ਸੁਭਾਅ ਦੇ ਮਾਲਕ ਨੇ, ਬਹੁਤ ਠੰਡੇ ਸੁਭਾਅ ਦੇ ਮਾਲਕ ਨੇ। ਤਾਂ ਜਸਟ ਇਹ ਚੈੱਕ ਕਰਨ ਗਏ ਸੀ, ਜਾਂ ਐਂ ਕਹਿ ਲਓ ਉਹਨਾਂ ਦੇ ਮਨ ਦੇ ਵਿੱਚ ਤਾਂਘ ਸੀਗੀ ਕਿ ਇੱਕ ਵਾਰੀ ਜ਼ਰੂਰ ਉਹਨਾਂ ਨੂੰ ਮਿਲਿਆ ਜਾਵੇ, ਉਹਨਾਂ ਦੇ ਦਰਸ਼ਨ ਕੀਤੇ ਜਾਣ। ਤੇ ਜਦੋਂ ਇਹ ਮਿਲਣ ਗਏ ਬਾਬਾ ਸ਼੍ਰੀ ਚੰਦ ਜੀ ਗੁਰੂ ਰਾਮਦਾਸ ਜੀ ਨੂੰ, ਤਾਂ ਇਸ ਟਾਈਮ ਸੇਵਾ ਕਰ ਰਹੇ ਸੀ ਗੁਰੂ ਰਾਮਦਾਸ ਜੀ, ਮਤਲਬ ਕਿ ਆਪਣਾ ਜਿਹੜਾ ਅੰਮ੍ਰਿਤਸਰ ਸਾਹਿਬ ਵਿਖੇ ਮਤਲਬ ਬਣ ਰਿਹਾ ਸੀ ਉਸ ਟਾਈਮ ਤੇ ਅੰਮ੍ਰਿਤਸਰ। ਤਾਂ ਇਹਨਾਂ ਨੇ ਉਹਨਾਂ ਨੂੰ ਮਤਲਬ ਕਿ ਬਾਬਾ ਜੀ ਨੇ, ਸ਼੍ਰੀ ਚੰਦ ਜੀ ਨੇ ਇੱਕ ਗੱਲ ਕਹੀ ਸੀ ਕਿ ਗੁਰੂ ਰਾਮਦਾਸ ਜੀ ਨੂੰ ਕਿ ਤੁਹਾਡੀ ਦਾੜੀ ਬਹੁਤ ਲੰਬੀ ਹੈ। ਬਾਬਾ ਜੀ ਦੀ ਦਾੜਾ ਬਹੁਤ ਪ੍ਰਕਾਸ਼ ਸੀਗਾ, ਬਹੁਤ ਲੰਬਾ ਸੀਗਾ। ਤਾਂ ਇਹਨਾਂ ਨੇ ਇੱਕ ਗੱਲ ਕਹੀ ਸੀ ਕਿ ਤੁਸੀਂ ਬਹੁਤ ਲੰਬੀ ਦਾੜੀ ਰੱਖੀ ਹੈ, ਕੀ ਕਾਰਨ ਹੈ? ਤਾਂ ਅੱਗੋਂ ਗੁਰੂ ਰਾਮਦਾਸ ਜੀ ਨੇ ਉੱਤਰ ਦਿੱਤਾ ਕਿ ਇਹ ਇਸ ਕਰਕੇ ਲੰਬੀ ਰੱਖੀ ਹੈ ਕਿ ਆਪ ਜੀ ਵਰਗੇ ਮਹਾਂਪੁਰਸ਼ ਜੋ ਆਉਣ ਤਾਂ ਉਹਨਾਂ ਦੇ ਚਰਨ ਸਾਫ਼ ਕੀਤੇ ਜਾਣ। ਤਾਂ ਗੁਰੂ ਸਾਹਿਬ ਜੀ ਦਾ ਇੰਨਾ ਨਿਮਰਤਾ ਭਰਿਆ ਆਨਸਰ ਸੁਣ ਕੇ, ਜਵਾਬ ਸੁਣ ਕੇ ਬੜੇ ਖੁਸ਼ ਹੋਏ ਸੀਗੇ। ਤਾਂ ਇਹਨਾਂ ਨੇ ਉਹਨਾਂ ਨੂੰ ਗੁਰੂ ਸਾਹਿਬਾਨ ਜੀ ਤੇ ਇਹਨਾਂ ਦਾ ਮਤਲਬ ਕਿ ਆਪਸ ਵਿੱਚ ਇਹਨਾਂ ਨੇ ਗਲੇ ਮਿਲੇ। ਤਾਂ ਇਹ ਕਈ ਹੁਣ ਆਪਣੇ ਸਮਾਜ ਦੇ ਵਿੱਚ ਚੱਲਦਾ ਕਿ ਬਾਬਾ ਸ਼੍ਰੀ ਚੰਦ ਜੀ ਨੂੰ ਕੱਢਤਾ, ਗੁਰੂ ਨਾਨਕ ਦੇਵ ਜੀ ਨੇ ਐਂ ਕਰਤਾ, ਉਹ ਕਰਤਾ। ਐਵੇਂ ਕੁਛ ਨਹੀਂ ਹੁੰਦਾ। ਦੇਖੋ, ਇੱਕ ਪਿਓ ਦੇ ਦੋ ਬੱਚੇ ਹੁੰਦੇ ਆ ਤੇ ਦੋਵਾਂ ਦੀ ਸੋਚ ਕਦੇ ਨਹੀਂ ਮਿਲ ਸਕਦੀ। ਦੋ ਸਕੇ ਭਰਾ ਹੋਣ, ਉਹਨਾਂ ਦੀ ਜ਼ਰੂਰੀ ਨਹੀਂ ਕਿ ਸੋਚ ਮਿਲੇ, ਜ਼ਰੂਰੀ ਨਹੀਂ ਕਿ ਉਹ ਕੀ ਕਰਨ, ਮਤਲਬ ਇੱਕੋ ਰਾਹ ਤੇ ਚੱਲਣ, ਜ਼ਰੂਰੀ ਨਹੀਂ ਕਿ ਦੋਨੇ ਆਫਿਸਰ ਬਣਨ, ਠੀਕ ਹੈ, ਇਹ ਜ਼ਰੂਰੀ ਨਹੀਂ ਹੁੰਦਾਗਾ। ਤਾਂ ਉਵੇਂ ਬਾਬਾ ਸ਼੍ਰੀ ਚੰਦ ਜੀ ਵੀ ਰੱਬ ਨੂੰ ਹੀ ਪਾਉਣਾ ਚਾਹੁੰਦੇ ਸੀ, ਪਰਮਾਤਮਾ ਨੂੰ ਹੀ ਪਾਉਣਾ ਚਾਹੁੰਦੇ ਸੀ, ਪਰ ਉਹਨਾਂ ਦੇ ਕੀ ਹੈ ਰਾਹ ਰਸਤੇ ਵੱਖਰੇ ਸੀਗੇ, ਇਸ ਕਰਕੇ ਉਹ ਵੱਖਰੇ ਰਸਤੇ ਚੱਲੇ, ਠੀਕ ਹੈ ਜੀ। ਚਲੋ ਇਹ ਫਿਲਹਾਲ ਆਪਾਂ ਸਿਰਫ ਐਗਜ਼ਾਮ ਪੁਆਇੰਟ ਆਫ View ਤੋਂ ਇਹ ਯਾਦ ਰੱਖਣਾ ਹੈ ਕਿ ਰਾਮਦਾਸ ਜੀ ਨੂੰ ਮਿਲਣ ਕੌਣ ਆਏ ਸੀਗੇ, ਬਾਬਾ ਸ਼੍ਰੀ ਚੰਦ ਜੀ ਆਏ ਸੀਗੇ, ਠੀਕ ਹੈ ਜੀ। ਕਲੀਅਰ ਹੈ, ਇਹ ਸੀਗਾ ਜੀ ਗੁਰੂ ਰਾਮਦਾਸ ਜੀ ਬਾਰੇ ਸਾਰਾ ਇਤਿਹਾਸ। ਅੱਗੇ ਚੱਲਦੇ ਹਾਂ ਜੀ, ਆਪਾਂ ਨੈਕਸਟ ਪੜ੍ਹਦੇ ਹਾਂ, ਨੈਕਸਟ ਗੁਰੂ ਸਾਹਿਬਾਨ ਜੀ ਵੱਲ ਚੱਲਦੇ ਹਾਂ। ਹੁਣ ਦੇਖੋ, ਜਿਹੜੇ ਪ੍ਰਿਥੀ ਚੰਦ ਸੀਗੇ ਤੇ ਮਹਾਦੇਵ ਸੀਗੇ, ਇਹ ਮਤਲਬ ਐਂ ਕਹਿ ਲਓ ਕਿ ਇਹਨਾਂ ਦੇ ਵਿੱਚ ਇੰਨੀ ਸਮਝ ਨਹੀਂ ਸੀਗੀ। ਜਿਹੜੇ ਗੁਰੂ ਅਰਜਨ ਦੇਵ ਜੀ ਸੀਗੇ ਸ਼ੁਰੂ ਤੋਂ ਧਾਰਮਿਕ ਸੀਗੇ ਤੇ ਉਹ ਹਮੇਸ਼ਾ ਆਪਣੇ ਪਿਤਾ ਦੇ ਕਹਿਣੇ ਦੇ ਵਿੱਚ ਸੀਗੇ। ਪ੍ਰਿਥੀ ਚੰਦ ਤੇ ਮਹਾਦੇਵ ਇੰਨੇ ਕਹਿਣੇ 'ਚ ਨਹੀਂ ਸੀਗੇ, ਤਾਂ ਕਰਕੇ ਜਿਹੜੀ ਗੱਦੀ ਜਾਊਗੀ ਅੱਗੇ ਗੁਰੂ ਅਰਜਨ ਦੇਵ ਜੀ ਨੂੰ ਜਾਊਗੀ। ਨੈਕਸਟ ਗੱਦੀ ਮਿਲਦੀ ਹੈ ਜੀ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ। ਤਾਂ ਗੁਰੂ ਅਰਜਨ ਦੇਵ ਜੀ ਦਾ ਜਿਹੜਾ ਜੀਵਨ ਕਾਲ ਹੈਗਾ ਜੀ, ਉਹ ਹੈਗਾ ਜੀ 1563 ਤੋਂ ਲੈ ਕੇ 1606 ਦੇ ਵਿੱਚ ਹੈ। ਜਨਮ ਸਥਾਨ ਹੋਇਆ ਜੀ ਗੋਇੰਦਵਾਲ ਸਾਹਿਬ। ਹੁਣ ਤੁਹਾਨੂੰ ਗੋਇੰਦਵਾਲ ਸਾਹਿਬ ਤੋਂ ਥੋੜਾ ਜਿਹਾ ਕੁਝ ਯਾਦ ਆਇਆ ਹੋਊਗਾ, ਜੇ ਨਹੀਂ ਯਾਦ ਆਇਆ ਤੁਹਾਨੂੰ ਮੈਂ ਬੈਕ ਰਿਵਾਈਂਡ ਕਰਵਾ ਦਿੰਦਾ, ਕਿਉਂਕਿ ਤੁਹਾਨੂੰ ਯਾਦ ਰੱਖਣਾ ਬਹੁਤ ਜ਼ਰੂਰੀ ਹੈ। ਗੋਇੰਦਵਾਲ ਦੇਖੋ, ਤੁਹਾਨੂੰ ਮੈਂ ਤਾਂ ਕਰਵਾ ਰਿਹਾ ਕਿਉਂਕਿ ਦੇਖੋ ਗੋਇੰਦਵਾਲ ਦੀ ਸਥਾਪਨਾ ਕਿਹਨੇ ਕੀਤੀ ਹੈ, ਗੁਰੂ ਅਮਰਦਾਸ ਜੀ ਨੇ ਕੀਤੀ ਹੈ, ਠੀਕ ਹੈ ਜੀ, ਕਿਉਂਕਿ ਉਹਨਾਂ ਦੇ ਨਾਨਾ ਜੀ ਹੋਏ ਨਾ, ਠੀਕ ਹੈ, ਕਲੀਅਰ ਹੈ। ਤਾਂ ਇਹ ਚੀਜ਼ਾਂ ਯਾਦ ਰੱਖਣੀਆਂ ਨੇ ਤੁਸੀਂ ਸਾਰਾ ਕੁਝ। ਅੱਛਾ ਜੀ, ਹੁਣ ਪਿਤਾ ਤੁਹਾਡਾ ਨਾਮ ਪਤਾ ਹੀ ਹੈ, ਗੁਰੂ ਅਰਜਨ ਦੇਵ ਜੀ ਦੇ ਪਿਤਾ ਕੌਣ ਨੇ, ਗੁਰੂ ਰਾਮਦਾਸ ਜੀ। ਮਾਤਾ ਕੌਣ ਨੇ, ਬੀਬੀ ਭਾਨੀ ਜੀ, ਤੁਹਾਨੂੰ ਮੈਂ ਹੁਣੇ ਪੜ੍ਹਾ ਕੇ ਆਇਆ ਪਿੱਛੇ ਜੀ, ਠੀਕ ਹੈ, ਪਿੱਛੇ ਹੁਣੇ ਪੜ੍ਹਾਇਆ। ਤੇ ਗੁਰੂ ਅਰਜਨ ਦੇਵ ਜੀ ਦੀ ਪਤਨੀ ਕੌਣ ਹੈ ਜੀ, ਮਾਤਾ ਗੰਗਾ ਜੀ। ਇਹ ਇੰਪੋਰਟੈਂਟ ਹੈ ਰਾਜੇ, ਯਾਦ ਰੱਖਣਾ। ਮਾਤਾ ਗੰਗਾ ਜੀ ਕੌਣ ਨੇ, ਗੁਰੂ ਅਰਜਨ ਦੇਵ ਜੀ ਦੇ ਪਤਨੀ ਨੇ। ਤੇ ਬੱਚੇ ਕੌਣ ਨੇ ਜੀ, ਇਹਨਾਂ ਦਾ ਇੱਕ ਹੀ ਬੇਟਾ ਹੈ ਗੁਰੂ ਹਰਗੋਬਿੰਦ ਸਾਹਿਬ, ਜਿਹੜੇ ਅੱਗੇ ਜਾ ਕੇ ਮੀਰੀ ਪੀਰੀ ਦੀ ਤਲਵਾਰ ਪਾਉਣਗੇ। ਇਹ ਬਾਅਦ ਚ ਪੜਾਂਗੇ ਆਪਾਂ ਅਗਲੀ ਵਾਰੀ, ਨੈਕਸਟ ਵੀਡੀਓ ਦੇ ਵਿੱਚ, ਠੀਕ ਹੈ ਜੀ। ਇਹਨਾਂ ਦੇ 21 ਪੁੱਤਰ ਨੇ ਹਰਗੋਬਿੰਦ ਜੀ, ਤੇ ਗੁਰਤਾ ਗੱਦੀ ਤੇ ਬੈਠੇ ਨੇ 1581 ਦੇ ਵਿੱਚ, ਤੇ 1606 ਦੇ ਵਿੱਚ ਕੀ ਹੋਇਆ, ਇਹ ਇਹਨਾਂ ਦੀ ਸ਼ਹੀਦੀ ਹੋਈ ਹੈ, ਉਹ ਮੈਂ ਅੱਗੇ ਜਾ ਕੇ ਦੱਸੂਗਾ ਤੁਹਾਨੂੰ।
ਹੁਣ ਸਭ ਤੋਂ ਮੋਸਟ ਇੰਪੋਰਟੈਂਟ ਚੀਜ਼ ਜਿਹੜੀ ਬਣਦੀ ਹੈ ਰਾਜੇ, ਉਹ ਕੀ ਬਣਦੀ ਹੈ? ਇਹਨਾਂ ਨੇ ਕੰਸਟਰਕਸ਼ਨ ਕਰਵਾਈ ਸੀ, ਨਿਰਮਾਣ ਕਰਵਾਇਆ ਸੀ ਕਿਹਦਾ? ਹਰਿਮੰਦਰ ਸਾਹਿਬ। ਸਭ ਤੋਂ ਮੋਸਟ ਇੰਪੋਰਟੈਂਟ ਚੀਜ਼ ਹੈ। ਬੱਚੇ ਜਿੱਥੇ ਭੁਲੇਖਾ ਖਾਂਦੇ ਆ, ਭੁਲੇਖਾ ਕਿਵੇਂ ਖਾ ਜਾਂਦੇ ਆ? ਕੁਐਸਚਨ ਆ ਜਾਂਦਾ ਜੀ, ਤੁਹਾਨੂੰ ਮੈਂ ਹੁਣੇ ਪੜ੍ਹਾ ਕੇ ਹਟਿਆ, ਅੰਮ੍ਰਿਤਸਰ ਸਾਹਿਬ। ਮੈਂ ਤੁਹਾਨੂੰ ਹੁਣ ਦੱਸਿਆ ਕਿ ਅੰਮ੍ਰਿਤਸਰ ਸਾਹਿਬ ਕਿਹਨੇ ਵਸਾਇਆ? ਤਾਂ ਉਹ ਵਸਾਇਆ ਜੀ ਗੁਰੂ ਰਾਮਦਾਸ ਜੀ ਨੇ। ਤਾਂ ਹੀ ਉਹਨੂੰ ਕੀ ਕਹਿ ਦਿੰਦੇ ਆ? ਰਾਮਦਾਸਪੁਰ ਕਹਿ ਦਿੰਦੇ ਆ, ਗੁਰੂ ਕਾ ਚੱਕ ਕਹਿ ਦਿੰਦੇ ਆ। ਅੰਮ੍ਰਿਤਸਰ ਤਾਂ ਇੱਕ ਸ਼ਹਿਰ ਹੋ ਗਿਆ, ਮੰਨ ਲਓ ਪੂਰਾ ਵੱਡਾ ਸ਼ਹਿਰ ਹੋ ਗਿਆ। ਉਸ ਸ਼ਹਿਰ ਦੇ ਅੰਦਰ ਇੱਕ ਕੰਸਟਰਕਸ਼ਨ ਹੋਈ ਹੈ, ਕਿਹਦੀ ਹੋਈ ਹੈ? ਹਰਿਮੰਦਰ ਸਾਹਿਬ ਦੀ ਕੰਸਟਰਕਸ਼ਨ ਹੋਈ ਹੈ। ਠੀਕ ਹੈ, ਹਰਿਮੰਦਰ ਸਾਹਿਬ ਦੀ ਕੰਸਟਰਕਸ਼ਨ ਹੋਈ ਹੈ। ਉਹ ਕੰਸਟਰਕਸ਼ਨ ਕਿਹਨੇ ਕਰਾਈ ਹੈ ਰਾਜੇ? ਉਹ ਕਰਾਈ ਹੈ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ। ਯਾਦ ਰੱਖਣਾ। ਅੱਛਾ, ਦੂਸਰੀ ਸਭ ਤੋਂ ਮੋਸਟ ਇੰਟਰਸਟਿੰਗ ਚੀਜ਼ ਜਿਹੜੀ ਹੈਗੀ ਆ, ਉਹਦੀ ਨੀਂਵ ਜਾਂ ਉਹਦਾ ਐਂ ਕਹਿ ਲਓ ਸਟੋਨ, ਨੀਂਹ ਪੱਥਰ ਕਿੱਥੋਂ ਰਖਾਇਆ ਗਿਆ? ਇੱਕ ਸੂਫੀ ਸੰਤ ਸੀਗੇ, ਮੁਸਲਮਾਨ ਸੰਤ ਮੀਆਂ ਮੀਰ ਜੀ, ਸਾਈਂ ਮੀਆਂ ਮੀਰ ਜੀ ਤੋਂ ਰਖਾਇਆ ਗਿਆ 1599 ਦੇ ਵਿੱਚ। 1599 ਚ ਯਾਦ ਨਾ ਰੱਖਿਓ, ਪੀਪੀਐਸਸੀ ਵਾਲੇ ਯਾਦ ਰੱਖ ਲਿਓ ਭਾਈ, ਤੁਹਾਨੂੰ ਪੁੱਛਿਆ ਜਾ ਸਕਦਾ ਹੈ। ਬਾਕੀ ਜਿਨ੍ਹਾਂ ਨੇ ਨਾਰਮਲ ਪੇਪਰ ਦੇਣੇ, ਐਫਸੀਆਈ ਦਾ ਦੇਣਾ ਹੈ ਜਾਂ ਮਾਸਟਰ ਕੇਡਰ ਦੇਣਾ ਹੈ ਜਾਂ ਕੋਈ ਹੋਰ ਐਗਜ਼ਾਮ ਦੇਣਾ ਪੰਜਾਬ ਦਾ, ਉਹਨਾਂ ਨੂੰ ਯਾਦ ਰੱਖਣ ਦੀ ਜ਼ਰੂਰਤ ਨਹੀਂ ਹੈਗੀ। ਸਾਈਂ ਮੀਆਂ ਮੀਰ ਜੀ ਤੋਂ ਰਖਾਈ ਸੀਗੀ। ਤੇ ਇਹ ਕੀ ਸੀਗੇ? ਇੱਕ ਸੂਫੀ ਸੰਤ ਸੀਗੇ। ਇਹ ਕੁਐਸਚਨ ਪੁੱਛਿਆ ਗਿਆ ਤੁਹਾਡਾ ਪਟਵਾਰੀ 2021 ਮੇਨ ਪੇਪਰ ਦੇ ਵਿੱਚ ਪੁੱਛਿਆ ਗਿਆ ਭਾਈ। ਇਹ ਜਿਹੜੀ ਨੀਂਹ ਸੀਗੀ ਕਿੱਥੋਂ ਰਖਾਈ ਗਈ ਹੈ? ਸਾਈਂ ਮੀਆਂ ਮੀਰ ਜੀ ਤੋਂ ਰਖਾਈ ਗਈ ਹੈ। ਦੇਖੋ, ਕੋਈ ਐਗਜ਼ਾਮੀਨਰ ਨੇ ਕੋਈ ਏਦਾਂ ਜ਼ਰੂਰੀ ਨਹੀਂ ਹੁੰਦਾ ਕਿ ਹਰ ਵਾਰੀ ਪੇਪਰ ਬਹੁਤ ਡਿਫਿਕਲਟ ਆਊਗਾ। ਸਿੰਪਲ ਜੀ ਚੀਜ਼ਾਂ ਹੁੰਦੀਆਂ, ਲੇਕਿਨ ਐਗਜ਼ਾਮ ਦੇ ਵਿੱਚ ਆਪਣੇ ਤੇ ਦਿਮਾਗ ਤੇ ਪ੍ਰੈਸ਼ਰ ਜ਼ਿਆਦਾ ਹੁੰਦਾ। ਇਸ ਕਰਕੇ ਆਪਾਂ ਕੀ ਕਰਦੇ ਹਾਂ, ਜਿਹੜੀ ਚੀਜ਼ ਆਪਾਂ ਨੂੰ ਆਉਂਦੀ ਹੁੰਦੀ ਆ ਆਪਾਂ ਉਹ ਵੀ ਗਲਤ ਕਰ ਦਿੰਦੇ ਹਾਂ। ਤਾਂ ਹੀ ਮੈਂ ਕਹਿੰਦਾ ਹੁੰਦਾ ਵੀ ਥੋੜੀ ਚੀਜ਼ ਖਾਓ, ਸਿਆਣੇ ਕਹਿੰਦੇ ਥੋੜਾ ਖਾਓ ਜਿਹੜਾ ਹਜਮ ਹੋ ਜੇ। ਤਾਂ ਚੰਗੀ ਚੀਜ਼ ਪੜ੍ਹੋ, ਕੁਆਲਿਟੀ ਪਛਾਣਿਆ ਕਰੋ ਵੀ ਕੁਆਲਿਟੀ ਕਿਵੇਂ ਦੀ ਹੈ। ਜਿਹੜੀ ਚੀਜ਼ ਅਸੀਂ ਪੜ੍ਹ ਰਹੇ ਹਾਂ ਉਹ ਸਾਡੇ ਕੰਮ ਆਊਗੀ ਜਾਂ ਨਹੀਂ ਆਊਗੀ। ਐਵੇਂ ਨੋਟਸ ਇਕੱਠੇ ਕਰਨੇ, ਕਿਤਾਬਾਂ ਇਕੱਠੀਆਂ ਕਰਨੀਆਂ, ਉਹਦਾ ਮੱਥਾ ਮਾਰਨ ਦਾ ਕੋਈ ਫਾਇਦਾ ਨਹੀਂ ਹੈਗਾ। ਅੱਛਾ ਜੀ, ਇੱਥੋਂ ਕੁਐਸਚਨ ਆ ਸਕਦਾ ਹੈ। ਨੈਕਸਟ ਮੋਸਟ ਇੰਪੋਰਟੈਂਟ ਚੀਜ਼ ਹੈਗੀ ਹੈ ਰਾਜੇ, ਜਿਹੜਾ ਅੰਮ੍ਰਿਤਸਰ ਟੈਂਕ, ਜਿਹਨੂੰ ਆਪਾਂ ਸਰੋਵਰ ਕਹਿ ਦਿੰਦੇ ਆ। ਠੀਕ ਹੈ, ਅੰਮ੍ਰਿਤਸਰ ਹਨਾ, ਜੇ ਆਪਾਂ ਇੱਕ ਪੁਰਾਣੇ ਛੋਟੇ ਹੁੰਦੇ, ਦੇਖੋ ਹੁਣ ਤਾਂ ਇਤਿਹਾਸ ਖਤਮ ਹੋ ਰਿਹਾ ਆਪਣਾ। ਆਪਾਂ ਕੀ ਅੱਜ ਕੱਲ੍ਹ ਡਿਜੀਟਲ ਹੋ ਗਏ। ਪਹਿਲਾਂ ਪੁਰਾਣੇ ਟਾਈਮ ਤੇ ਤੁਹਾਡੇ ਪੁਰਾਣੇ ਘਰ ਹੁੰਦੇ ਸੀਗੇ, ਕੱਚੇ ਘਰ ਹੁੰਦੇ ਸੀ, ਉੱਤੇ ਫੋਟੋਆਂ ਲੱਗੀਆਂ ਹੁੰਦੀਆਂ ਸੀਗੀਆਂ। ਉਹ ਸਰੋਵਰ ਦੇ ਵਿੱਚ ਇੱਕ ਦੁੱਖ-ਭੰਜਨੀ ਬੇਰੀ ਹੈ, ਉਹਦੇ ਥੱਲੇ ਕੀ ਹੈ? ਕਾਂ ਐਂਟਰ ਕਰਦੇ ਪਾਣੀ ਦੇ ਵਿੱਚ ਤੇ ਹੰਸ ਬਣ ਕੇ ਬਾਹਰ ਆ ਜਾਂਦੇ ਆ। ਹੰਸ ਬਣ ਕੇ ਬਾਹਰ ਆ ਜਾਂਦੇ, ਮਤਲਬ ਕਿ ਕਾਂ ਹੰਸ ਬਣ ਰਹੇ ਨੇ ਉਸ ਸਰੋਵਰ ਦੇ ਵਿੱਚ ਨਹਾਤਿਆਂ। ਠੀਕ ਹੈ, ਤਾਂ ਉਹ ਸਰੋਵਰ ਦਾ ਨਿਰਮਾਣ ਕਿਹਨੇ ਕਰਵਾਇਆ ਸੀਗਾ? ਗੁਰੂ ਅਰਜਨ ਦੇਵ ਜੀ ਨੇ ਕਰਵਾਇਆ। ਠੀਕ ਹੈ ਜੀ, ਅੰਮ੍ਰਿਤਸਰ ਟੈਂਕ ਦਾ ਨਿਰਮਾਣ ਕਿਹਨੇ ਕਰਵਾਇਆ? ਗੁਰੂ ਅਰਜਨ ਦੇਵ ਜੀ ਨੇ ਕਰਾਇਆ। ਇਸ ਤੋਂ ਇਲਾਵਾ ਜਿਹੜਾ ਐਗਜ਼ਾਮ 'ਚ ਪੁੱਛਿਆ ਜਾਂਦਾ ਕੁਐਸਚਨ, ਸੰਤੋਖਸਰ ਤੇ ਰਾਮਸਰ ਸਰੋਵਰ ਦਾ ਨਿਰਮਾਣ ਕਿਹਨੇ ਕਰਵਾਇਆ? ਉਹ ਗੁਰੂ ਅਰਜਨ ਦੇਵ ਜੀ ਨੇ ਕਰਾਇਆ। ਇਹ ਮੋਸਟ ਇੰਪੋਰਟੈਂਟ ਪੁਆਇੰਟ ਹੈ ਰਾਜੇ ਤੁਹਾਡੇ ਵੀਡੀਓ ਦਾ, ਕਿ ਰਾਮਸਰ ਸਰੋਵਰ ਤੇ ਸੰਤੋਖਸਰ ਸਰੋਵਰ ਦਾ ਨਿਰਮਾਣ ਕਿਹਨੇ ਕਰਵਾਇਆ? ਗੁਰੂ ਅਰਜਨ ਦੇਵ ਜੀ ਨੇ ਕਰਾਇਆ। ਤਾਂ ਯਾਦ ਰੱਖਣਾ, ਅੰਮ੍ਰਿਤਸਰ ਟੈਂਕ ਦਾ, ਸੰਤੋਖਸਰ ਦਾ, ਰਾਮਸਰ ਸਰੋਵਰ ਦਾ ਤੇ ਹਰਿਮੰਦਰ ਸਾਹਿਬ ਦਾ ਨਿਰਮਾਣ ਕਿਹਨੇ ਕਰਾਇਆ? ਗੁਰੂ ਅਰਜਨ ਦੇਵ ਜੀ ਨੇ ਕਰਾਇਆ। ਅੱਛਾ, ਤੁਹਾਨੂੰ ਹੁਣ ਮੈਂ ਇੱਕ ਬੜੀ ਇੰਟਰਸਟਿੰਗ ਚੀਜ਼ ਦੱਸਦਾ। ਚਲੋ ਉਹ ਵੈਸੇ ਤਾਂ ਚਲੋ ਪੇਪਰ ਦੇ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਇੰਨੀ ਨਹੀਂ ਇੰਪੋਰਟੈਂਟ, ਲੇਕਿਨ ਉਹਦੇ ਬਾਰੇ ਜਾਣਕਾਰੀ ਹੋਣੀ ਜ਼ਰੂਰੀ ਹੈ। ਚਾਹੇ ਤੁਸੀਂ ਕੋਈ ਇੱਕ ਪੰਜਾਬ ਦੇ ਵਾਸੀ ਹੋ, ਚਾਹੇ ਤੁਸੀਂ ਸਿੱਖ ਹੋ, ਚਾਹੇ ਤੁਸੀਂ ਹਿੰਦੂ ਹੋ, ਚਾਹੇ ਤੁਸੀਂ ਕਿਸੇ ਵੀ ਰਿਲੀਜਨ ਦੇ ਨਾਲ ਰਿਲੇਟਿਡ ਹੋ। ਦੇਖੋ, ਜਿਹੜਾ ਹਰਿਮੰਦਰ ਸਾਹਿਬ ਹੈ ਨਾ ਰਾਜੇ, ਹਰਿਮੰਦਰ ਸਾਹਿਬ ਦੇ ਵਿੱਚ ਸਭ ਤੋਂ ਪਹਿਲੀ ਚੀਜ਼ ਕੀ ਹੈ? ਇਹਦੇ ਵਿੱਚ ਕੀ ਨੇ? 4 ਦਰਵਾਜ਼ੇ ਨੇ। ਹਰਿਮੰਦਰ ਸਾਹਿਬ ਜੀ ਦੇ ਕਿੰਨੇ ਨੇ? 4 ਡੋਰ ਨੇ, ਦਰਵਾਜ਼ੇ ਕਹਿ ਲਓ। ਇਹ ਚਾਰੇ ਦਰਵਾਜ਼ੇ ਉਸ ਟਾਈਮ ਤੇ ਤਾਂ ਬਣਾਏ ਗਏ ਸੀ, ਉਸ ਟਾਈਮ ਤੇ ਲੋਕ ਜਾਤ ਪਾਤ ਦੇ ਵਿੱਚ ਬਹੁਤ ਵੰਡੇ ਹੋਏ ਸੀਗੇ। 4 ਦਰਵਾਜ਼ੇ ਦਾ ਮਤਲਬ ਕੀ ਹੈ? ਕਿ ਕਿਸੇ ਵੀ ਧਰਮ ਦੇ ਲੋਕ, ਮਤਲਬ ਵੈਸੇ ਤਾਂ ਸਾਰੇ ਧਰਮ ਬਰਾਬਰ ਨੇ, ਉਸ ਟਾਈਮ ਤੇ 4 ਧਰਮ ਚੱਲਦੇ ਸੀ ਜ਼ਿਆਦਾ, ਜਿਵੇਂ ਸਿੱਖ ਧਰਮ, ਹਿੰਦੂ ਧਰਮ, ਮੁਸਲਿਮ, ਜੈਨੀ, ਹਨਾ, ਕ੍ਰਿਸਚਨ ਜਿਹਨੂੰ ਆਪਾਂ ਕਹਿ ਦਿੰਦੇ ਆ। ਤਾਂ ਚਾਰੇ ਮਤਲਬ ਕਿਸੇ ਵੀ ਧਰਮ ਦੇ ਲੋਕ ਇੱਥੇ ਆ ਸਕਦੇ ਆ, ਆਪਣੀ ਸ਼ਰਧਾ ਦੇ ਅਨੁਸਾਰ ਮੱਥਾ ਟੇਕ ਸਕਦੇ ਆ। ਅੱਜ ਵੀ ਆਪਾਂ ਦੇਖਦੇ ਆ ਹਰ ਧਰਮ ਦਾ ਲੋਕ ਸਤਿਕਾਰ ਕਰਦੇ ਨੇ, ਉੱਥੇ ਜਾਂਦੇ ਨੇ, ਮੱਥਾ ਟੇਕਦੇ ਨੇ। ਤਾਂ 4 ਦਰਵਾਜ਼ੇ ਸੀਗੇ। ਦੂਜਾ ਜਿਹੜੇ ਇਹਦੇ ਵਿੱਚ ਕੀ ਆ ਬੇਟੇ, ਤੁਸੀਂ ਆਮ ਐਂਟਰ ਕਰੋਗੇ ਨਾ, ਐਂਟਰ ਕਰਿਓ ਤੁਸੀਂ ਹਰਿਮੰਦਰ ਸਾਹਿਬ ਜਾਇਓ, ਤੁਸੀਂ ਮੰਨ ਲਓ ਕਿਸੇ ਵੀ ਦਰਵਾਜ਼ੇ, ਮੰਨ ਲਓ ਆਹ ਦਰਵਾਜ਼ੇ ਵਿੱਚੋਂ ਐਂਟਰ ਕਰਦੇ ਹੋ, ਐਂਟਰ ਕਰੋਗੇ ਤਾਂ ਪੌੜੀਆਂ ਉਤਰ ਕੇ ਥੱਲੇ ਜਾਣਾ ਪੈਂਦਾ ਹੈ। ਕਹਿਣ ਦਾ ਭਾਵ ਕਿ ਨਾਰਮਲ ਜਿਹੜਾ ਜ਼ਮੀਨ ਦਾ ਲੈਵਲ ਹੈ ਉਸ ਤੋਂ ਨੀਵਾਂ ਬਣਾਇਆ ਗਿਆ ਹਰਿਮੰਦਰ ਸਾਹਿਬ। ਕਿਉਂ ਨੀਵਾਂ ਬਣਾਇਆ ਗਿਆ ਹਰਿਮੰਦਰ ਸਾਹਿਬ? ਇਹ ਦੱਸਣ ਵਾਸਤੇ ਕਿ ਆਪਣੀ ਜਿਹੜੀ ਹਉਮੈ ਹੈ, ਅੰਦਰ ਦਾ ਜਿਹੜਾ ਹੰਕਾਰ ਹੈ, ਉਹਨੂੰ ਮਾਰ ਕੇ ਆਪਾਂ ਇੱਥੇ ਆਉਣਾ ਹੈ। ਜਿਹੜਾ ਬੰਦਾ ਆਪਣਾ ਹੰਕਾਰ ਮਾਰ ਕੇ ਉੱਥੇ ਕੁਝ ਮੰਗਣ ਜਾਂਦਾ, ਉਹਨੂੰ ਡੈਫੀਨੇਟਲੀ ਉਹ ਚੀਜ਼ ਮਿਲਦੀ ਹੈ। ਤਾਂ ਹਮੇਸ਼ਾ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਕਿਰਦਾਰ ਨੂੰ ਇਦਾਂ ਦਾ ਬਣਾਓ ਕਿ ਆਪਣੇ ਆਪ ਨੂੰ ਨੀਵਾਂ ਰੱਖੋ। ਮੰਨ ਲਓ ਤੁਸੀਂ ਚਾਹੇ ਤੁਹਾਡੇ ਕੋਲ ਕੁਝ ਵੀ ਨਹੀਂ ਹੈਗਾ, ਕੱਲ ਨੂੰ ਤੁਸੀਂ ਅਫਸਰ ਬਣ ਜਾਂਦੇ ਹੋ, ਤਹਿਸੀਲਦਾਰ ਬਣ ਜਾਂਦੇ ਹੋ, ਪਟਵਾਰੀ ਬਣ ਜਾਂਦੇ ਹੋ, ਤਾਂ ਹਮੇਸ਼ਾ ਆਪਣੇ ਆਪ ਨੂੰ ਨੀਵੇਂ ਰੱਖਿਓ, ਕਦੇ ਵੀ ਹੰਕਾਰ ਦੇ ਵਿੱਚ ਨਾ ਆਇਓ। ਇਹ ਚੀਜ਼ ਆਪਾਂ ਨੂੰ ਗੁਰੂ ਸਾਹਿਬਾਨ ਜੀ ਨੇ ਸਿੱਖਿਆ ਦੇਣ ਵਾਸਤੇ ਹਰਿਮੰਦਰ ਸਾਹਿਬ ਹਮੇਸ਼ਾ ਕੀ ਕਰਾਇਆ? ਨੀਵਾਂ ਬਣਾਇਆ, ਲੈਵਲ ਤੋਂ, ਜ਼ਮੀਨ ਦੇ ਲੈਵਲ ਤੋਂ। ਠੀਕ ਹੈ, ਇਸ ਤੋਂ ਇਲਾਵਾ ਕਈ ਕਹਿੰਦੇ ਆ ਜੀ ਪਾਣੀ ਦੇ ਵਿੱਚ ਕਿਉਂ ਬਣਾਇਆ? ਪਾਣੀ ਦੇ ਵਿੱਚ ਬਣਾਉਣ ਦਾ ਕਾਰਨ ਕੀ ਹੈ ਤੁਹਾਨੂੰ ਮੈਂ ਦੱਸ ਦਿੰਦਾ। ਵੈਸੇ ਇਹਦੇ ਵਿੱਚ ਸਾਇੰਸ ਵੀ ਹੈਗੀ ਹੈ,
ਲੇਕਿਨ ਸਾਡੇ ਜਿਹੜੇ ਗੁਰੂ ਸਾਹਿਬਾਨ ਜੀ ਨੇ ਉਹ ਤਾਂ ਦੇਖੋ ਸਾਇੰਸ ਤੋਂ ਉੱਪਰ ਨੇ। ਤੇ ਆਪਣੀ ਜਿਹੜੀ ਮਨੁੱਖੀ ਸਰੀਰ, ਆਪਣੀ ਮਨੁੱਖੀ ਬੋਡੀ ਹੈਗੀ ਹੈ ਰਾਜੇ, ਤੇ 70% ਪਾਣੀ ਹੈ। ਤਾਂ ਦੇਖੋ ਸਾਰਾ ਸਰੀਰ ਪਾਣੀ ਆ, ਇਹਦੇ ਅੰਦਰ ਆਪਣੇ ਕੀ ਇੱਕ ਆਤਮਾ ਹੈ। ਤਾਂ ਪਰਮਾਤਮਾ ਨੇ ਕੀ ਕੀਤਾ, ਪਾਣੀ ਦੇ ਵਿੱਚ ਇੱਕ ਜੋਤ ਜਗਾਈ ਹੋਈ ਹੈ, ਆਪਣੀ ਆਤਮਾ। ਕਿਉਂਕਿ ਜਦੋਂ ਆਤਮਾ ਖਤਮ ਹੋ ਜਾਂਦੀ ਹੈ, ਬੰਦਾ ਮਰ ਜਾਂਦਾ, ਸਿਰਫ ਸਰੀਰ ਰਹਿ ਜਾਂਦਾ ਹੈ। ਤੇ ਸਰੀਰ ਕੀ ਹੁੰਦਾ, ਮਿੱਟੀ ਹੁੰਦਾ ਹੈ। ਉਵੇਂ ਰਾਜੇ ਸਾਰੇ ਪਾਸੇ ਪਾਣੀ ਆ, ਉਹਦੇ ਅੰਦਰ ਕੀ ਇੱਕ ਜੋਤ ਹੈ। ਜੋਤ ਕਿਹੜੀ ਆ, ਉਹ ਆਪਣੇ ਹਰਮੰਦਰ ਸਾਹਿਬ ਦੱਸਣ ਦੀ ਗੱਲ ਕੀਤੀ ਹੈ। ਬਾਕੀ ਉਹ ਪਾਣੀ ਨਹੀਂ ਕਹਿ ਸਕਦੇ, ਆਪਾਂ ਜਲ ਕਹਿੰਦੇ ਆ ਸਤਿਕਾਰ ਵਜੋਂ। ਕਿਉਂ ਕਹਿੰਦੇ ਆ, ਸਾਇੰਸ ਵੀ ਕਹਿੰਦੀ ਹੈ ਕਿ ਜਿੱਥੇ ਪੋਜ਼ਿਟਿਵ ਚੀਜ਼ ਚੱਲਦੀ ਰਹੇ, 24 ਘੰਟੇ ਗੁਰਬਾਣੀ ਚੱਲਦੀ, ਉਹ ਪਾਣੀ ਕੀ ਹੋ ਜਾਂਦਾ, ਪਵਿੱਤਰ ਹੋ ਜਾਂਦਾ ਹੈ। ਜਿੱਥੇ 24 ਘੰਟੇ ਨੈਗੇਟਿਵ ਚੀਜ਼ ਚੱਲੂਗੀ, ਉਹ ਪਾਣੀ ਦੇ ਕ੍ਰਿਸਟਲ ਕੀ ਹੋ ਜਾਂਦੇ ਆ, ਖਰਾਬ ਹੋ ਜਾਂਦੇ ਆ। ਠੀਕ ਹੈ ਜੀ, ਇਹ ਇੱਕ ਸਾਇੰਟਿਫਿਕ ਫੈਕਟ ਹੈ ਇਸ ਚੀਜ਼ ਪਿੱਛੇ। ਚਲੋ ਆਪਾਂ ਇੰਨੀ ਡਿਟੇਲ 'ਚ ਨਹੀਂ ਜਾਂਦੇ, ਕਿ ਫਿਲਹਾਲ ਦੀ ਘੜੀ ਆਪਾਂ ਯਾਦ ਰੱਖਣਾ ਕਿ ਹਰਿਮੰਦਰ ਸਾਹਿਬ ਦਾ ਨਿਰਮਾਣ ਮੀਆਂ ਮੀਰ ਜੀ ਤੋਂ ਕਰਵਾਇਆ ਹੈ। ਲੇਕਿਨ ਕਰਵਾਇਆ ਕਿਹਨੇ, ਗੁਰੂ ਅਰਜਨ ਦੇਵ ਜੀ ਨੇ। ਸੰਤੋਖਸਰ ਹੋ ਗਿਆ, ਰਾਮਸਰ ਸਰੋਵਰ ਹੋ ਗਿਆ, ਤੇ ਅੰਮ੍ਰਿਤਸਰ ਸਰੋਵਰ, ਇਹ ਸਾਰਾ ਕਿਹਨੇ ਨਿਰਮਾਣ ਕੀਤਾ, ਗੁਰੂ ਅਰਜਨ ਦੇਵ ਜੀ ਨੇ ਕੀਤਾ ਹੈ। ਅੱਛਾ, ਹੁਣ ਦੇਖੋ ਜਿਹੜਾ ਬੱਚੇ ਕਨਫਿਊਜ਼ ਹੁੰਦੇ ਆ ਕਿ ਸਰ ਵੀ ਦਸਵੰਧ ਸਿਸਟਮ ਕਿਹਨੇ ਚਲਾਇਆ ਹੈ। ਹੁਣ ਦੇਖੋ ਜਦੋਂ ਕੰਸਟਰਕਸ਼ਨ ਚੱਲੂਗੀ, ਦੇਖੋ ਗੁਰੂ ਘਰ ਦੇ ਵਿੱਚ ਜਦੋਂ ਵੀ ਕੋਈ ਕਾਰ ਸੇਵਾ ਚੱਲਦੀ ਹੈ, ਕੰਮ ਚੱਲਦਾ ਹੈ, ਕੱਲਾ ਇੱਕ ਬੰਦਾ ਤਾਂ ਦੇਖੋ ਸਾਰੇ ਪੈਸੇ ਲਾ ਨਹੀਂ ਸਕਦਾ ਹੈਗਾ। ਤਾਂ ਆਪਾਂ ਕੀ ਕਰਦੇ ਆ, ਸਾਰਿਆਂ ਤੋਂ ਦਸਵੰਧ ਇਕੱਠਾ ਕਰਦੇ ਆ ਨਾ। ਤਾਂ ਦਸਵੰਧ ਕੀ ਹੁੰਦਾ ਜੀ, ਇਨਕਮ ਦਾ 10ਵਾਂ ਹਿੱਸਾ। ਤਾਂ ਉਸ ਟਾਈਮ ਤੇ ਦਸਵੰਧ ਇਕੱਠਾ ਕਰਦੇ ਸੀ। ਉਹ ਦਸਵੰਧ ਸਿਸਟਮ ਕਿਹਨੇ ਚਲਾਇਆ ਸੀਗਾ, ਗੁਰੂ ਅਰਜਨ ਦੇਵ ਜੀ ਨੇ ਚਲਾਇਆ ਸੀ। ਮੈਂ ਗਰੰਟੀ ਦਿੰਦਾ, ਹੁਣ ਤੁਸੀਂ ਕਦੇ ਨਹੀਂ ਭੁੱਲ ਸਕਦੇ। ਜੇ ਤੁਹਾਨੂੰ ਆਹ ਚੀਜ਼ ਯਾਦ ਰਹਿ ਗਈ ਵੀ ਹਰਿਮੰਦਰ ਸਾਹਿਬ, ਅੰਮ੍ਰਿਤਸਰ, ਸੰਤੋਖਸਰ ਤੇ ਰਾਮਸਰ ਸਰੋਵਰ ਮਤਲਬ ਕਿ ਗੁਰੂ ਅਰਜਨ ਦੇਵ ਜੀ ਨੇ ਬਿਲਟ ਕਰਾਏ ਨੇ, ਬਣਵਾਏ ਨੇ, ਨਿਰਮਾਣ ਕਰਵਾਇਆ, ਤੇ ਉੱਥੇ ਤੁਹਾਨੂੰ ਕੀ ਆ ਜਾਊਗਾ, ਯਾਦ ਕੀ ਆ ਜਾਊਗਾ ਕਿ ਕਾਰ ਸੇਵਾ ਕਦੋਂ ਹੁੰਦੀ ਹੈ, ਜਦੋਂ ਆਪਾਂ ਸਾਰੇ ਥੋੜਾ ਥੋੜਾ ਦਸਵੰਧ ਪਾਉਣੇ ਆ, ਤਾਂ ਜਾ ਕੇ ਉਹ ਚੀਜ਼ ਕੀ ਹੁੰਦੀ ਹੈ, ਕੰਪਲੀਟ ਹੁੰਦੀ ਹੈ। ਤਾਂ ਇੱਥੋਂ ਆਪਾਂ ਯਾਦ ਰੱਖਣਾ ਹੈ। ਓਕੇ ਹੈ ਜੀ, ਨੈਕਸਟ ਚੱਲਦੇ ਆ ਜੀ। ਨੈਕਸਟ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਮੋਸਟ ਇੰਪੋਰਟੈਂਟ ਕੁਐਸਚਨ ਹੈਗਾ ਰਚਨਾਵਾਂ। ਸੁਖਮਣੀ ਸਾਹਿਬ ਬਾਰੇ ਮੈਨੂੰ ਲੱਗਦਾ ਵੀ ਪੰਜਾਬ ਦੇ ਵਿੱਚ ਅਗਰ 10 ਪੇਪਰ ਹੁੰਦੇ, ਉਹਦੇ ਵਿੱਚੋਂ 9 ਪੇਪਰਾਂ ਦੇ ਵਿੱਚ ਪੁੱਛਿਆ ਜਾਂਦਾ ਵੀ ਸੁਖਮਣੀ ਸਾਹਿਬ ਕਿਹੜੇ ਗੁਰੂ ਸਾਹਿਬਾਨ ਜੀ ਦੀ ਰਚਨਾ ਹੈ। ਤਾਂ ਇਹ ਹੈਗੀ ਆ ਜੀ ਗੁਰੂ ਅਰਜਨ ਦੇਵ ਜੀ ਦੀ ਸੁੱਖਾਂ ਦੀ ਮਣੀ, ਸੁਖਮਣੀ। ਠੀਕ ਹੈ ਜੀ। ਹੁਣ ਅਗਰ ਆਪਾਂ ਥੋੜਾ ਜਿਹਾ ਹੋਰ ਡੀਪ ਜਾਈਏ, ਤਾਂ ਇਹਦੇ ਵਿੱਚ ਕਿੰਨੀਆਂ ਪੌੜੀਆਂ ਆਉਂਦੀਆਂ ਰਾਜੇ, ਜਿਹਨੂੰ ਆਪਾਂ ਅਸ਼ਟਪਦੀ ਕਹਿ ਦਿੰਦੇ ਆ। ਤਾਂ 24 ਅਸ਼ਟਪਦੀਆਂ ਆਉਂਦੀਆਂ ਇਹਦੇ ਵਿੱਚ। ਇਹ ਕੁਐਸਚਨ ਵੀ ਇੱਕ ਵਾਰੀ ਪੁੱਛਿਆ ਗਿਆ ਸੀਗਾ ਪੰਚਾਇਤ ਸੈਕਟਰੀ ਦੇ ਵਿੱਚ, ਜਦੋਂ 2018 ਦੇ ਵਿੱਚ ਪੇਪਰ ਹੋਇਆ ਸੀਗਾ। ਤਾਂ 24 ਅਸ਼ਟਪਦੀਆਂ ਇਹਦੇ ਵਿੱਚ ਆਉਂਦੀਆਂ ਨੇ ਸੁਖਮਣੀ ਸਾਹਿਬ ਦੇ ਵਿੱਚ। ਅੱਗੇ ਸਭ ਤੋਂ ਮੋਸਟ ਇੰਪੋਰਟੈਂਟ ਚੀਜ਼ ਹੈ ਜੀ, ਜਿਹੜਾ ਆਪਣੇ ਪ੍ਰੈਜ਼ੈਂਟ ਗੁਰੂ ਨੇ, ਗੁਰੂ ਗ੍ਰੰਥ ਸਾਹਿਬ ਜੀ, ਉਸ ਟਾਈਮ ਤੇ ਉਹਨਾਂ ਨੂੰ ਆਦਿ ਗ੍ਰੰਥ ਵੀ ਕਹਿ ਦਿੰਦੇ ਆਪਾਂ, ਉਹ ਪੂਰੇ ਕੀਤੇ ਨੇ। ਉਹ ਮਤਲਬ ਕਿ ਉਹਦਾ ਨਿਰਮਾਣ ਕਿਹਨੇ ਕੀਤਾ, ਗੁਰੂ ਅਰਜਨ ਦੇਵ ਜੀ ਨੇ ਕੀਤਾ। ਰਚਨਾਵਾਂ ਕਿਹਨੇ, ਸੰਕਲਨ ਕਿਹਨੇ ਪੂਰਾ ਕੀਤਾ, ਗੁਰੂ ਅਰਜਨ ਦੇਵ ਜੀ ਨੇ ਕੀਤਾ। ਕਦੋਂ ਕੀਤਾ, 1604 ਦੇ ਵਿੱਚ। ਮੋਸਟ ਇੰਪੋਰਟੈਂਟ ਪੁਆਇੰਟ ਹੈ, ਵਾਰ-ਵਾਰ ਪੇਪਰਾਂ 'ਚ ਪੁੱਛਿਆ ਜਾਂਦਾ ਹੈ ਕਿ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਕਲਨ ਕਦੋਂ ਪੂਰਾ ਹੋਇਆ, 1604 ਦੇ ਵਿੱਚ ਹੋਇਆ। ਹੁਣ ਇੱਥੇ 3-4 ਫੈਕਟ ਹੈਗੇ ਰਾਜੇ, ਉਹ ਯਾਦ ਰੱਖਣੇ ਨੇ ਗੁਰੂ ਗ੍ਰੰਥ ਸਾਹਿਬ ਜੀ ਬਾਰੇ। ਉਹ ਵਾਰ-ਵਾਰ ਪੁੱਛੇ ਜਾਂਦੇ ਆ, ਉੱਥੋਂ ਨੰਬਰ ਆਫ ਕੁਐਸਚਨ ਨਿਕਲ ਕੇ ਆਉਂਦੇ ਆ। ਪਹਿਲਾਂ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਾਂ। ਮੋਸਟਲੀ ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗੀ, ਬਟ ਫਿਰ ਵੀ ਮੈਂ ਤੁਹਾਨੂੰ ਦੱਸ ਰਿਹਾ। ਹੁਣ ਦੇਖੋ ਜੀ, ਸੰਕਲਨ ਪੂਰਾ ਕਦੋਂ ਹੋਇਆ, 1604 ਦੇ ਵਿੱਚ ਹੋਇਆ। ਤੇ ਇਹ ਜਦੋਂ 1604 ਦੇ ਵਿੱਚ ਪੂਰਾ ਹੋਇਆ, ਤੇ ਉਸ ਟਾਈਮ ਤੇ ਇਹਦਾ ਕੀ ਕੀਤਾ ਗਿਆ ਰਾਜੇ, ਪ੍ਰਕਾਸ਼ ਕੀਤਾ ਗਿਆ ਗੁਰੂ ਗ੍ਰੰਥ ਸਾਹਿਬ ਜੀ ਦਾ ਹਰਿਮੰਦਰ ਸਾਹਿਬ ਦੇ ਵਿਖੇ। ਠੀਕ ਹੈ ਜੀ। ਸਭ ਤੋਂ ਪਹਿਲੀ ਗੱਲ ਜੀ, ਲਿਖਾਰੀ ਕੌਣ ਸੀਗੇ, ਭਾਈ ਗੁਰਦਾਸ ਜੀ। ਮੈਂ ਹਜੇ ਗੱਲ ਗੁਰੂ ਗੋਬਿੰਦ ਸਿੰਘ ਜੀ ਤੱਕ ਨਹੀਂ ਕਰ ਰਿਹਾ, ਸਿਰਫ ਗੁਰੂ ਅਰਜਨ ਦੇਵ ਜੀ ਤੱਕ ਗੱਲ ਕਰ ਰਿਹਾ। ਗੁਰੂ ਅਰਜਨ ਦੇਵ ਜੀ ਤੱਕ ਲਿਖਾਰੀ ਕੌਣ ਸੀਗੇ, ਭਾਈ ਗੁਰਦਾਸ ਜੀ ਸੀਗੇ। ਅੱਗੇ ਜਾ ਕੇ ਭਾਈ ਮਣੀ ਸਿੰਘ ਜੀ ਵੀ ਆਉਣਗੇ, ਬਟ ਉਹ ਬਾਅਦ ਦੀ ਗੱਲ ਹੈ। ਫਿਲਹਾਲ ਦੀ ਘੜੀ ਲਿਖਾਰੀ ਕੌਣ ਸੀਗੇ, ਭਾਈ ਗੁਰਦਾਸ ਜੀ ਸੀਗੇ। ਭਾਈ ਗੁਰਦਾਸ ਜੀ ਕਿੱਥੋਂ ਮਿਲੇ ਸੀਗੇ, ਗੁਰੂ ਰਾਮਦਾਸ ਜੀ ਨੂੰ ਮਸੰਦ ਸਿਸਟਮ ਦੇ ਵਿੱਚੋਂ। ਤੇ ਪਹਿਲੇ ਗ੍ਰੰਥੀ ਕੌਣ ਸੀਗੇ, ਬਾਬਾ ਬੁੱਢਾ ਜੀ। ਪਹਿਲੇ ਗ੍ਰੰਥੀ ਕੌਣ ਸੀਗੇ, ਬਾਬਾ ਬੁੱਢਾ ਜੀ। ਦੇਖੋ ਬਾਬਾ ਬੁੱਢਾ ਜੀ ਸਭ ਤੋਂ ਜ਼ਿਆਦਾ ਟਾਈਮ ਗੁਰੂ ਸਾਹਿਬਾਨ ਜੀ ਨਾਲ ਰਹੇ ਹੈ, ਪਹਿਲੇ ਗੁਰੂ ਤੋਂ ਲੈ ਕੇ 6ਵੇਂ ਗੁਰੂ ਤੱਕ ਰਹੇ ਹੈ। ਠੀਕ ਹੈ, ਇਹ ਵੀ ਯਾਦ ਰੱਖਣਾ ਤੁਸੀਂ। ਤੇ ਅੰਗ ਸਤਿਕਾਰ ਵਜੋਂ ਆਪਾਂ ਜਿਹੜੇ ਪੰਨੇ ਹੁੰਦੇ ਆ, ਉਹਨਾਂ ਨੂੰ ਆਪਾਂ ਅੰਗ ਕਹਿੰਦੇ ਆ। ਠੀਕ ਹੈ ਜੀ, 1430 ਅੰਗ ਨੇ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਦੇ। ਤੇ ਇੱਕ ਵਾਰੀ ਕੁਐਸਚਨ ਇਹ ਵੀ ਪੁੱਛਿਆ ਗਿਆ ਸੀਗਾ ਕਿ ਜਦੋਂ ਪਹਿਲੀ ਵਾਰੀ ਪ੍ਰਕਾਸ਼ ਕੀਤਾ ਗਿਆ ਗੁਰੂ ਗ੍ਰੰਥ ਸਾਹਿਬ ਜੀ ਦਾ ਹਰਿਮੰਦਰ ਸਾਹਿਬ ਵਿਖੇ, ਉਦੋਂ ਮੁੱਖ ਵਾਕ ਕਿਹੜਾ ਆਇਆ ਸੀਗਾ। ਤਾਂ ਅੱਜ ਕੱਲ ਦੇਖਦੇ ਆਪਾਂ ਮੁੱਖ ਵਾਕ ਲੈਂਦੇ ਆ ਗ੍ਰੰਥੀ ਸਿੰਘ, ਤੇ ਉਸ ਟਾਈਮ ਤੇ ਮੁੱਖ ਵਾਕ ਆਇਆ ਸੀ ਰਾਜੇ, ਸੋਹੀ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਠੀਕ ਹੈ, ਉਸ ਟਾਈਮ ਤੇ ਪਹਿਲਾ ਮੁੱਖ ਵਾਕ ਆਇਆ ਸੀਗਾ। ਇਸ ਤੋਂ ਇਲਾਵਾ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਕੀ ਪੁੱਛਿਆ ਜਾਂਦਾ ਰਾਜੇ, ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਿੰਨੇ ਗੁਰੂਆਂ ਦੀ ਬਾਣੀ ਦਰਜ ਹੈ। ਤਾਂ 6 ਗੁਰੂਆਂ ਦੀ ਬਾਣੀ ਦਰਜ ਹੈ। ਪਹਿਲੇ 5 ਗੁਰੂ ਸਾਹਿਬਾਨ, ਸ੍ਰੀ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ। ਤੇ ਇਸ ਤੋਂ ਬਾਅਦ 9ਵੇਂ ਗੁਰੂ ਦੀ ਬਾਣੀ ਦਰਜ ਕੀਤੀ ਗੁਰੂ ਗੋਬਿੰਦ ਸਿੰਘ ਜੀ ਨੇ, ਉਹ ਬਾਅਦ ਦੇ ਵਿੱਚ ਕੀਤੀ ਹੈ। ਦਮਦਮਾ ਸਾਹਿਬ ਵਿਖੇ ਆਪਾਂ ਬਾਅਦ ਚ ਗੱਲ ਕਰਾਂਗੇ। ਤਾਂ ਤੁਸੀਂ ਯਾਦ ਕੀ ਰੱਖਣਾ, 6 ਗੁਰੂ ਸਾਹਿਬਾਨ ਜੀ ਦੀ ਬਾਣੀ ਦਰਜ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਅਗਲਾ ਕੁਐਸਚਨ ਪੁੱਛਿਆ ਜਾਂਦਾ ਹੁੰਦਾ ਵੀ ਕਿੰਨੇ ਭੱਟਾਂ ਦੀ ਬਾਣੀ ਹੈ, ਕਿੰਨੇ ਭਗਤਾਂ ਦੀ ਬਾਣੀ ਹੈ। ਤਾਂ 15 ਭਗਤਾਂ ਦੀ ਬਾਣੀ ਹੈ ਰਾਜੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਦੇਖੋ ਗੁਰੂ ਗ੍ਰੰਥ ਸਾਹਿਬ ਜੀ ਜਦੋਂ ਮਤਲਬ ਕਿ ਲਿਖਣਾ ਸ਼ੁਰੂ ਕੀਤਾ,
ਆਪਣੇ ਗੁਰੂ ਅਰਜਨ ਦੇਵ ਜੀ ਨੇ। ਚਲੋ ਉਹਦੀ ਵੀ ਤੁਹਾਨੂੰ ਮੈਂ ਕਹਾਣੀ ਸੁਣਾ ਦਿੰਦਾ, ਜ਼ਰੂਰੀ ਹੈ ਕਿਉਂਕਿ ਉਹ ਤੁਹਾਨੂੰ ਯਾਦ ਰਹੂਗਾ, ਅਦਰਵਾਈਜ਼ ਤੁਸੀਂ ਭੁੱਲ ਜਾਓਗੇ। ਤੁਹਾਨੂੰ ਮੈਂ ਇੱਕ ਕਰਾਇਆ ਸੀਗਾ ਪੋਥੀ ਸਾਹਿਬ, ਤੁਹਾਨੂੰ ਮੈਂ ਪਹਿਲਾਂ ਕਰਾਇਆ ਸੀ, ਸ਼ਾਇਦ ਤੁਹਾਨੂੰ ਯਾਦ ਹੋਵੇ। ਪੋਥੀ ਸਾਹਿਬ ਗੁਰੂ ਅਮਰਦਾਸ ਜੀ ਨੇ ਦੋ ਪੋਥੀ ਸਾਹਿਬ ਲਿਖੇ ਸੀਗੇ। ਤੁਹਾਨੂੰ ਨਹੀਂ ਯਾਦ ਤਾਂ ਤੁਹਾਨੂੰ ਮੈਂ ਇੱਕ ਵਾਰੀ ਯਾਦ ਕਰਵਾ ਦੇਵਾਂ, ਕਿਉਂਕਿ ਉਹਦਾ ਵੀ ਇੱਕ ਕਾਰਨ ਹੈ। ਪੋਥੀ ਸਾਹਿਬ ਮੈਂ ਸ਼ਾਇਦ ਲਿਖਿਆ ਨਹੀਂ ਇੱਥੇ, ਚਲੋ ਪੋਥੀ ਸਾਹਿਬ ਦੇਖੋ, ਗੁਰੂ ਅਮਰਦਾਸ ਜੀ ਨੇ ਦੋ ਪੋਥੀ ਸਾਹਿਬ ਲਿਖੇ ਸੀਗੇ। ਉਹ ਜਿਹੜੇ ਪੋਥੀ ਸਾਹਿਬ ਸੀਗੇ, ਜਿਹੜੇ ਗੁਰੂ ਸਾਹਿਬਾਨ ਜੀ ਦੇ ਜਿਹੜੇ ਬੇਟੇ ਆ ਨਾ, ਆਪਣੇ ਉਹਨਾਂ ਦਾ ਨਾਮ ਮੈਂ ਭੁੱਲ ਗਿਆ ਦਿਮਾਗ ਦੇ ਵਿੱਚ, ਕੀ ਨਾਮ ਸੀਗਾ ਉਹਨਾਂ ਦਾ, ਉਹਨਾਂ ਦਾ ਨਾਮ ਮੇਰੇ ਦਿਮਾਗ 'ਚ ਨਹੀਂ ਆ ਰਿਹਾ ਇਸ ਟਾਈਮ ਤੇ। ਇੱਥੇ ਇੱਕ ਮਿੰਟ, ਮੋਹਣੀ ਜੀ ਹੈ ਸ਼ਾਇਦ, ਮੋਹਣੀ ਜੀ, ਹਾਂ ਪੁੱਤਰਾ ਜੀ, ਹਾਂ ਮੋਹਣੀ ਜੀ, ਮੋਹਣ ਕਹਿੰਦੇ, ਅਸੀਂ ਮੋਹਣੀ ਜੀ ਵੀ ਕਹਿ ਦਿੰਦੇ ਆ। ਤਾਂ ਮੋਹਣੀ ਜੀ ਕੋਲੇ ਸੀਗੇ ਉਹ ਜਿਹੜੇ ਆਪਣੇ ਦੋ ਪੋਥੀ ਸਾਹਿਬ, ਤੇ ਇਹਨਾਂ ਨੇ ਪੋਥੀ ਸਾਹਿਬ ਨਾ ਦੇਣ ਤੋਂ ਮਨਾ ਕਰਤਾ ਸੀਗਾ, ਇਹਨਾਂ ਨੇ ਨਾ ਦੇਣ ਤੋਂ ਮਨਾ ਕਰਤਾ ਸੀਗਾ। ਤੇ ਫਿਰ ਗੁਰੂ ਸਾਹਿਬ ਜੀ ਆਪ ਚੱਲ ਕੇ ਗਏ ਸੀਗੇ, ਫਿਰ ਉਹਨਾਂ ਨੇ ਉਹਨਾਂ ਤੋਂ ਮਤਲਬ ਰਿਕੁਐਸਟ ਕਰਕੇ ਦੋ ਪੋਥੀ ਸਾਹਿਬ ਲਏ, ਕਿਉਂਕਿ ਉਸ ਪੋਥੀ ਸਾਹਿਬ ਦੇ ਵਿੱਚ ਗੁਰੂ ਅੰਗਦ ਦੇਵ ਜੀ ਦੀ ਤੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਰਜ ਸੀਗੀ, ਤੇ ਕੁਝ ਭਗਤਾਂ ਦੀ ਬਾਣੀ ਦਰਜ ਸੀਗੀ। ਹੁਣ ਜਿਵੇਂ ਦੇਖੋ, ਭਗਤ ਕਬੀਰ ਜੀ ਹੋ ਗਏ, ਭਗਤ ਸ਼ੇਖ ਫਰੀਦ ਜੀ ਹੋ ਗਏ, ਭਗਤ ਆਪਣੇ ਨਾਮਦੇਵ ਜੀ ਹੋ ਗਏ, ਹਨਾ, ਰਾਮਦਾਸ ਜੀ ਹੋ ਗਏ, ਇਹ ਸਾਰਿਆਂ ਦੀ ਬਾਣੀ ਦਰਜ ਸੀਗੀ। ਬਟ ਉਸ ਟਾਈਮ ਤੇ ਨਾ ਸ਼ਾਹ ਹੁਸੈਨ ਹੋ ਗਿਆ, ਪੀਲੂ ਹੋ ਗਿਆ, ਛੱਜੂ ਹੋ ਗਿਆ, ਇਹ ਵੀ ਆਪਣੀ ਬਾਣੀ ਦਰਜ ਕਰਾਉਣਾ ਚਾਹੁੰਦੇ ਸੀਗੇ, ਕਿਉਂਕਿ ਗੁਰੂ ਸਾਹਿਬਾਨ ਜੀ ਨੇ ਖੁੱਲ੍ਹਾ ਸੱਦਾ ਦਿੱਤਾ ਸੀਗਾ, ਕੋਈ ਵੀ ਬੰਦਾ ਆ ਕੇ ਆਪਣੀ ਬਾਣੀ ਦਰਜ ਕਰਾ ਸਕਦਾ ਹੈ, ਪਰ ਉਹ ਬਾਣੀ ਅਨੁਕੂਲ ਹੋਵੇ ਗੁਰੂ ਨਾਨਕ ਦੇਵ ਜੀ ਦੀ ਸਿੱਖਿਆਵਾਂ ਦੇ। ਕਿਉਂਕਿ ਤੁਸੀਂ ਜਿੰਨਾ ਵੀ ਗੁਰੂ ਗ੍ਰੰਥ ਸਾਹਿਬ ਜੇ ਪੜ੍ਹਿਆ ਹੋਵੇ ਕਿਸੇ ਨੇ, ਤਾਂ ਉਹਦੇ ਵਿੱਚ ਕਦੇ ਵੀ ਕੋਈ ਮੈਂ ਅੱਖਰ ਨਹੀਂ ਆਊਗਾ। ਤੇ ਜਿਹੜੇ ਆਹ ਸੀਗੇ ਆਪਣੇ ਸ਼ਾਹ ਹੁਸੈਨ ਹੋ ਗਿਆ, ਪੀਲੂ ਹੋ ਗਿਆ, ਛੱਜੂ ਹੋ ਗਿਆ, ਇਹਨਾਂ ਦੀ ਜਿੰਨੀਆਂ ਵੀ ਰਚਨਾਵਾਂ ਉਹਦੇ ਵਿੱਚ ਮੈਂ ਸ਼ਬਦ ਬਹੁਤ ਵਰਤਿਆ ਗਿਆ ਹੈ। ਤਾਂ ਮੈਂ ਸ਼ਬਦ ਇੱਕ ਤਰ੍ਹਾਂ ਦਾ ਹੰਕਾਰ ਦਾ ਪ੍ਰਗਟਾਵਾ ਕਰਦਾ ਸੀ ਕਿ ਉਹਨਾਂ ਦੀ ਬਾਣੀ ਦਰਜ ਨਹੀਂ ਕੀਤੀ ਗਈ ਸੀਗੀ। ਇਹ ਤੁਹਾਨੂੰ ਮੈਂ ਤਾਂ ਦੱਸ ਰਿਹਾ ਕਿਉਂਕਿ ਇਹ ਲੋਕ ਨਾ ਫਿਰ ਈਰਖਾ ਕਰਨ ਲੱਗ ਗਏ ਸੀ ਗੁਰੂ ਅਰਜਨ ਦੇਵ ਜੀ ਨਾਲ, ਤਾਂ ਹੀ ਬਾਅਦ 'ਚ ਜਾ ਕੇ ਇਹ ਗੁਰੂ ਜੀ ਦੀ ਸ਼ਹੀਦੀ ਦਾ ਕਾਰਨ ਬਣਦੇ ਆ ਲੋਕ। ਸ਼ਾਹ ਹੁਸੈਨ ਹੋ ਗਿਆ, ਇਹ ਚੀਜ਼ਾਂ ਹੋ ਗਈਆਂ, ਠੀਕ ਹੈ ਜੀ। ਤਾਂ ਤੁਹਾਨੂੰ ਮੈਂ ਗੱਲ ਦੱਸਤੀ, ਜਿਹੜੇ ਪੋਥੀ ਸਾਹਿਬ ਉਹਨਾਂ ਤੋਂ ਲੈ ਕੇ ਆਏ ਗੁਰੂ ਸਾਹਿਬ ਜੀ, ਤੇ ਬਾਣੀ ਦਰਜ ਕਰਾਈ ਤੇ ਲਿਖਾਈ ਕਿਤੋਂ, ਆਪਣੇ ਭਾਈ ਗੁਰਦਾਸ ਜੀ ਤੋਂ ਲਿਖਾਈ, ਠੀਕ ਹੈ ਜੀ। ਤੇ ਇਸ ਤੋਂ ਇਲਾਵਾ ਤੁਹਾਨੂੰ ਇੱਕ ਹੋਰ ਗੱਲ ਦੱਸਦਾ, ਜਦੋਂ ਗੁਰੂ ਗ੍ਰੰਥ ਸਾਹਿਬ ਜੀ ਪੂਰੇ ਹੋ ਗਏ ਸੀਗੇ, ਮਤਲਬ ਸੰਕਲਨ ਪੂਰਾ ਹੋ ਗਿਆ 1604 ਦੇ ਵਿੱਚ, ਤਾਂ ਕਿਸੇ ਨੇ ਅਕਬਰ ਨੂੰ ਸ਼ਿਕਾਇਤ ਵੀ ਕਰਤੀ ਸੀ ਕਿ ਗੁਰੂ ਸਾਹਿਬ ਜੀ ਨੇ ਨਾ ਬਾਣੀ ਦੇ ਵਿੱਚ ਮਤਲਬ ਕਿ ਆਪਣੇ ਮੁਸਲਮਾਨਾਂ ਦੇ ਵਰਖਲਾਫ ਬਹੁਤ ਕੁਝ ਲਿਖਿਆ ਹੈ। ਤਾਂ ਅਕਬਰ ਖੁਦ ਸੁਣਨ ਆਏ ਸੀਗੇ, ਉਹਨਾਂ ਨੂੰ ਦੋ ਤਿੰਨ ਚਾਰ ਪੰਜ ਆਇਤਾਂ ਸੁਣੀਆਂ, ਆਇਤਾਂ ਦਾ ਮਤਲਬ ਹੁੰਦਾ ਲੈਣਾ, ਚਾਰ ਪੰਜ ਆਇਤਾਂ ਸੁਣੀਆਂ ਤੋਂ ਬੜੇ ਪ੍ਰਸੰਨ ਹੋਏ ਸੀਗੇ। ਪ੍ਰਸੰਨ ਹੋ ਕੇ ਉਹਨਾਂ ਨੇ ਨਾ ਉਸ ਟਾਈਮ ਤੇ 51 ਮੋਹਰਾਂ ਭੇਟਾਂ ਕੀਤੀਆਂ ਸੀਗੀਆਂ, 51 ਮੋਹਰਾਂ ਮੱਥਾ ਟੇਕਿਆ ਸੀਗਾ ਗੁਰੂ ਅਰਜਨ ਦੇਵ ਜੀ ਨੂੰ, ਤੇ ਸਨਮਾਨਿਤ ਕੀਤਾ ਸੀਗਾ ਭਾਈ ਗੁਰਦਾਸ ਜੀ ਨੂੰ। ਤੇ ਇਹਦੀ ਖੁਸ਼ੀ ਦੇ ਵਿੱਚ ਉਹਨਾਂ ਨੇ ਕੀ ਕੀਤਾ ਸੀਗਾ, ਪੰਜਾਬ ਦਾ ਟੈਕਸ ਮਾਫ ਕਰਤਾ ਸੀ 10 ਤੋਂ 12%, 10 ਤੋਂ 12% ਲਗਾਨ ਕੀ ਕਰਤਾ ਸੀਗਾ, ਮਾਫ ਕਰਤਾ ਸੀ। ਉਹਨਾਂ ਨੂੰ ਬੜੀ ਸ਼ਾਂਤੀ ਮਿਲੀ ਸੀ ਸੁਣ ਕੇ। ਚਲੋ ਇਹ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ, ਇਹਦਾ ਆਪਣੇ ਪੇਪਰ ਦੇ ਨਾਲ ਕੋਈ ਵੀ ਸੰਬੰਧ ਨਹੀਂ ਹੈਗਾ, ਪੇਪਰ ਦੇ ਬਾਰੇ ਆਪਾਂ ਨੂੰ ਯਾਦ ਰੱਖਣ ਦੀ ਜ਼ਰੂਰਤ ਨਹੀਂ ਹੈਗੀ। ਚਲੋ ਜੀ, ਅੱਗੇ ਆਪਾਂ ਗੱਲ ਕਰਦੇ ਹਾਂ। ਤੁਹਾਨੂੰ ਮੈਂ ਗੱਲ ਦੱਸਣ ਲੱਗਾ ਹਾਂ ਕਿ ਇਹਦੇ ਵਿੱਚ 15 ਭਗਤਾਂ ਦੀ ਬਾਣੀ ਦਰਜ ਹੈ। ਭਗਤਾਂ ਦੇ ਨਾਮ ਯਾਦ ਰੱਖਣ ਦੀ ਜ਼ਰੂਰਤ ਨਹੀਂ ਹੈਗੀ, 15 ਭਗਤਾਂ ਦੀ ਬਸ ਨੰਬਰ ਯਾਦ ਰੱਖਣੇ ਨੇ। ਵੈਸੇ ਨੌਲੇਜ ਵਾਸਤੇ ਤੁਸੀਂ ਯਾਦ ਰੱਖ ਸਕਦੇ ਹੋ, ਭਗਤ ਕਬੀਰ ਜੀ, ਫਰੀਦ ਜੀ, ਨਾਮਦੇਵ ਜੀ, ਰਵਿਦਾਸ ਜੀ, ਸਦਨਾ ਜੀ, ਤਰਲੋਚਨ ਜੀ, ਭੀਖਣ ਜੀ, ਪਰਮਾਨੰਦ ਜੀ, ਜੈਦੇਵ ਜੀ, ਪੀਪਾ ਜੀ, ਧੰਨਾ ਜੀ, ਬੇਨੀ ਜੀ, ਸੂਰਦਾਸ ਜੀ, ਸੈਂਟ ਜੀ, ਰਾਮਾਨੰਦ ਜੀ। ਵੈਸੇ ਯਾਦ ਰਹਿ ਜੇ ਤਾਂ ਬਹੁਤ ਵਧੀਆ ਗੱਲ ਹੈ। ਬੜੀ ਸ਼ਰਮ ਦੀ ਗੱਲ, ਆਪਾਂ ਨੂੰ ਹਜੇ ਭਗਤਾਂ ਦੇ ਨਾਮ ਵੀ ਯਾਦ ਨਹੀਂ ਹੈਗੇ ਅੱਜ ਕੱਲ, ਠੀਕ ਹੈ, ਸਿਰਫ ਤੁਹਾਨੂੰ ਨੌਲੇਜ ਵਾਸਤੇ ਦੱਸ ਰਿਹਾ। ਅੱਗੇ ਅਗਰ ਭੱਟਾਂ ਦੀ ਗੱਲ ਕਰੀਏ ਤਾਂ 11 ਭੱਟਾਂ ਦੀ ਬਾਣੀ ਦਰਜ ਹੈ। ਭੱਟ ਕਿਹੜੇ ਕਿਹੜੇ ਹੋਏ ਆ ਭਾਈ? ਭੱਟ ਕਲ ਜੀ ਹੋਏ ਆ, ਜਲਪ ਜੀ, ਕੀਰਤ ਜੀ, ਭਿੱਖਾ ਜੀ, ਸਲ ਜੀ, ਭਲ ਜੀ, ਨਲ ਜੀ, ਗਈਅੰਦ ਜੀ, ਮਥੁਰਾ ਜੀ, ਬਲ ਜੀ, ਹਰਿਬੰਸ ਜੀ। ਇਹ 11 ਭੱਟ ਹੋਏ ਆ ਭਾਈ। 11 ਭੱਟਾਂ ਦੀ ਬਾਣੀ ਕੀ ਹੈ, ਦਰਜ ਹੈ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ। ਇਸ ਤੋਂ ਇਲਾਵਾ 4 ਗੁਰਸਿੱਖ, ਕਈ ਜਗ੍ਹਾ ਤੇ ਇਤਿਹਾਸ ਦੇ ਵਿੱਚ ਜ਼ਿਕਰ 4 ਦਾ ਆਉਂਦਾ, ਕਈ ਜਗ੍ਹਾ ਤੇ 3 ਦਾ ਆਉਂਦਾ। ਚਲੋ ਇਹ ਵੀ ਕਦੇ ਪੇਪਰ 'ਚ ਨਹੀਂ ਪੁੱਛਿਆ ਗਿਆ। ਬਾਬਾ ਸੁੰਦਰ ਜੀ, ਬਾਬਾ ਸੱਤਾ ਜੀ, ਬਾਬਾ ਬਲਵੰਡ ਜੀ, ਇਹਨਾਂ ਦੀ ਬਾਣੀ ਕੀ ਹੈ, ਦਰਜ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ। ਇਹ ਸਾਰੀ ਜਾਣਕਾਰੀ ਸੀ ਤੁਹਾਡੇ ਨਾਲ ਮੈਂ ਸਾਂਝੀ ਕੀਤੀ ਹੈ। ਇਸ ਤੋਂ ਇਲਾਵਾ 31 ਰਾਗਾਂ ਦੇ ਵਿੱਚ ਕੀ ਹੈ, ਬਾਣੀ ਦਰਜ ਹੈ ਰਾਜੇ। 30 ਰਾਗ ਤੱਕ ਤਾਂ ਆਪਣੇ ਗੁਰੂ ਰਾਮਦਾਸ ਜੀ ਨੇ ਉਚਾਰਿਆ ਹੋਇਆ, ਤੇ ਅਗਲਾ ਰਾਗ ਮਤਲਬ ਕਿ ਗੁਰੂ ਅਰਜਨ ਦੇਵ ਜੀ ਦੁਆਰਾ। ਇਹ ਰਾਗ ਨੇ ਸਾਰੇ, ਜਿਵੇਂ ਸ੍ਰੀ ਰਾਗ, ਮਾਝ, ਗੌੜੀ, ਆਸਾ, ਗੁਜਰੀ, ਦੇਵ ਗੰਧਾਰੀ, ਬਿਹਾਗੜਾ, ਵਡਹੰਸ, ਸੋਰਠ, ਧਨਾਸਰੀ, ਇਹ ਸਾਰੇ ਰਾਗ ਨੇ, ਠੀਕ ਹੈ। ਇਹ ਰਾਗਾਂ ਦੇ ਵਿੱਚ ਬਾਣੀ ਉਚਾਰੀ ਜਾਂਦੀ ਹੈ, ਠੀਕ ਹੈ। ਜਿਨ੍ਹਾਂ ਨੂੰ ਮਿਊਜ਼ਿਕ ਦੀ ਨੌਲੇਜ ਹੈਗੀ ਉਹਨਾਂ ਨੂੰ ਪਤਾ ਹੋਊਗਾ। ਇਹ ਸਾਰੇ ਰਾਮਕਲੀ ਰਾਗ ਹੋ ਗਿਆ, ਸਾਰੇ ਰਾਗਾਂ ਦੇ ਵਿੱਚ ਬਾਣੀ ਦਰਜ ਹੈ, ਠੀਕ ਹੈ ਜੀ, ਕਲੀਅਰ ਹੈ। ਤਾਂ ਹੁਣ ਆਪਾਂ ਗੱਲ ਕਰਦੇ ਸੀਗੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰਦੇ ਸੀਗੇ। ਤਾਂ ਇਹ 1604 ਦੇ ਵਿੱਚ ਸੰਕਲਨ ਪੂਰਾ ਹੋਇਆ, ਬਾਬਾ ਬੁੱਢਾ ਜੀ ਨੂੰ ਪਹਿਲੇ ਗ੍ਰੰਥੀ ਸੌਂਪਿਆ ਗਿਆ। ਅੱਗੇ ਆਪਾਂ ਗੱਲ ਕਰੀਏ ਹੁਣ ਸ਼ਹਿਰ ਦੀ ਗੱਲ ਕਰੀਏ ਤਾਂ ਇਹਨਾਂ ਨੇ ਸ਼ਹਿਰ ਵਸਾਇਆ ਸੀਗਾ ਤਰਨਤਾਰਨ ਸਾਹਿਬ 1509 ਦੇ ਵਿੱਚ। ਇਹੀ ਪੁੱਛਿਆ ਜਾਂਦਾ ਪੇਪਰ ਦੇ ਵਿੱਚ, ਮੋਸਟ ਇੰਪੋਰਟੈਂਟ ਵਾਰ-ਵਾਰ ਪੁੱਛਿਆ ਜਾਂਦਾ ਕਿ ਤਰਨਤਾਰਨ ਸਾਹਿਬ ਦੀ ਸਥਾਪਨਾ ਕਿਹਨੇ ਕੀਤੀ ਹੈ, ਤਾਂ ਗੁਰੂ ਅਰਜਨ ਦੇਵ ਜੀ ਨੇ ਕੀਤੀ ਹੈ। ਇਸ ਤੋਂ ਇਲਾਵਾ ਜਿਹੜਾ ਕਰਤਾਰਪੁਰ ਹੈਗਾ ਆਪਣੇ ਪੰਜਾਬ ਦੇ ਵਿੱਚ, ਜਲੰਧਰ ਜ਼ਿਲ੍ਹੇ ਦੇ ਵਿੱਚ,
ਉਹਦੀ ਸਥਾਪਨਾ ਵੀ ਕਿਹਨੇ ਕੀਤੀ ਹੈ? ਗੁਰੂ ਅਰਜਨ ਦੇਵ ਜੀ ਨੇ। ਅੱਜ ਤੱਕ ਨਹੀਂ ਪੁੱਛਿਆ ਗਿਆ, ਹੋ ਸਕਦਾ ਪੁੱਛਿਆ ਜਾਵੇ। ਇਸ ਤੋਂ ਇਲਾਵਾ ਇਹਨਾਂ ਨੇ ਰੀਬਿਲਡ ਕੀਤਾ ਇੱਕ ਨਾ ਨਗਰ ਸੀਗਾ ਰੋਹੇਲਾ ਨਗਰ, ਠੀਕ ਹੈ। ਇਹ ਆਪਣਾ ਨਦੀ ਦੇ ਉੱਪਰ ਹੈਗਾ, ਬਿਆਸ ਦੇ ਉੱਪਰ। ਤੇ ਇਹਨੂੰ 1595 ਦੇ ਵਿੱਚ ਨਾ ਇਹਨਾਂ ਨਾਮ ਬਦਲ ਕੇ ਗੁਰੂ ਜੀ ਨੇ ਦੁਬਾਰਾ ਵਸਾਇਆ ਸੀਗਾ। ਇਹਦਾ ਨਾਮ ਬਦਲ ਕੇ ਕੀ ਰੱਖਤਾ? ਹਰਗੋਬਿੰਦਪੁਰ ਰੱਖਤਾ। ਇਹ ਕੁਐਸਚਨ ਬਹੁਤ ਪੁੱਛਿਆ ਜਾਂਦਾ ਪੇਪਰ ਦੇ ਵਿੱਚ ਕਿ ਕਿਹੜੇ ਨਗਰ ਦਾ ਨਾਮ ਬਦਲ ਕੇ ਹਰਗੋਬਿੰਦਪੁਰ ਰੱਖਿਆ ਗਿਆ? ਰੋਹੇਲਾ ਨਗਰ ਦਾ। ਜਾਂ ਕਈ ਵਾਰ ਇਹ ਪੁੱਛ ਲੈਂਦੇ ਆ ਕਿ ਰੋਹੇਲਾ ਨਗਰ ਦਾ ਨਾਮ ਬਾਅਦ ਵਿੱਚ ਕੀ ਰੱਖਿਆ ਗਿਆ? ਤਾਂ ਹਰਗੋਬਿੰਦਪੁਰ ਰੱਖਿਆ ਗਿਆ। ਕੁਐਸਚਨ ਕਿਵੇਂ ਵੀ ਆ ਸਕਦਾ, ਤੁਹਾਨੂੰ ਦਿਮਾਗ ਦੇ ਵਿੱਚ ਬਿਠਾਉਣਾ ਹੈ ਬਸ, ਠੀਕ ਹੈ ਜੀ। ਇਸ ਤੋਂ ਇਲਾਵਾ ਤੁਹਾਨੂੰ ਮੈਂ ਦੱਸਤਾ ਇਹਨਾਂ ਨੇ ਇੰਟਰੋਡਿਊਸ ਕੀਤਾ, ਕੀ ਕੀਤਾ? ਦਸਵੰਧ ਸਿਸਟਮ। ਦਸਵੰਧ ਸਿਸਟਮ ਕੀ ਹੁੰਦਾ ਜੀ? 1/10 ਆਫ ਦਾ ਇਨਕਮ ਆਪਾਂ ਕੀ ਕਰ ਦਿੰਦੇ ਆ? ਡੋਨੇਟ ਕਰ ਦਿੰਦੇ ਆ। ਤੁਹਾਨੂੰ ਮੈਂ ਦੱਸਿਆ ਵੀ ਦਸਵੰਧ ਸਿਸਟਮ ਦੀ ਜ਼ਰੂਰਤ ਕਿਉਂ ਪਈ ਹੈ, ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਹੁਣ ਅਗਰ ਆਪਾਂ ਗੱਲ ਕਰੀਏ ਮੁਗਲ ਬਾਦਸ਼ਾਹ ਕਿਹੜੇ ਕਿਹੜੇ ਆ ਰਾਜੇ? ਅਕਬਰ ਤੇ ਜਹਾਂਗੀਰ। ਤੁਹਾਨੂੰ ਸਾਰਿਆਂ ਨੂੰ ਪਤਾ ਵੀ ਜਿਹੜਾ ਅਕਬਰ ਬਾਦਸ਼ਾਹ ਹੈ ਥੋੜਾ ਜਿਹਾ ਸਭ ਤੋਂ ਚੰਗਾ ਬਾਦਸ਼ਾਹ ਹੋਇਆ ਮੁਗਲਾਂ ਦੇ ਵਿੱਚ, ਬਾਕੀ ਸਾਰੇ ਜ਼ਾਲਮ ਹੋਏ ਨੇ, ਠੀਕ ਆ। ਆਪਾਂ ਬਾਬਰ ਨੂੰ ਦੇਖਿਆ, ਹਮਾਯੂ ਨੂੰ ਦੇਖਿਆ। ਹੁਣ ਜਹਾਂਗੀਰ ਹੈ ਰਾਜੇ, ਜਹਾਂਗੀਰ ਨੇ ਗੁਰੂ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ। ਤੇ ਇੱਕ ਗੱਲ ਹੋਰ ਯਾਦ ਰੱਖਣੀ ਹੈ, ਪਹਿਲੇ ਸਿੱਖ ਸ਼ਹੀਦ ਗੁਰੂ ਨੇ, ਤਾਂ ਹੀ ਇਹਨਾਂ ਨੂੰ ਸ਼ਹੀਦਾਂ ਦੇ ਸਰਤਾਜ ਕਹਿੰਦੇ ਆ ਗੁਰੂ ਸਾਹਿਬ ਜੀ ਨੂੰ। ਤਾਂ ਯਾਦ ਰੱਖਣਾ ਪਹਿਲੇ ਸਿੱਖ ਸ਼ਹੀਦ, ਕਿਉਂਕਿ ਬਾਕੀ ਜਿੰਨੇ ਵੀ ਗੁਰੂ ਸਾਹਿਬਾਨ ਜੀ ਉਹਨਾਂ ਦੀ ਨੈਚੁਰਲ ਡੈਥ ਹੋਈ ਹੈ, ਨੈਚੁਰਲ ਜੋਤੀ ਜੋਤ ਸਮਾਏ ਆ, ਇਹ ਪਹਿਲੇ ਸ਼ਹੀਦ ਕੀਤੇ ਗਏ ਗੁਰੂ ਨੇ, ਗੁਰੂ ਅਰਜਨ ਦੇਵ ਜੀ। ਕੀਤੇ ਕਿਹਨੇ? ਇਹ ਵੀ ਯਾਦ ਰੱਖਣਾ ਰਾਜੇ, ਜਹਾਂਗੀਰ ਨੇ ਕੀਤਾ 1606 ਦੇ ਵਿੱਚ ਲਾਹੌਰ ਵਿਖੇ। ਆ ਵੀ ਯਾਦ ਰੱਖਣਾ, ਲਾਹੌਰ ਵਿਖੇ ਜਹਾਂਗੀਰ ਨੇ ਕੀਤਾ। ਕਈ ਵਾਰੀ ਬੱਚੇ ਕਨਫਿਊਜ਼ ਹੋ ਜਾਂਦੇ ਗੁਰੂ ਤੇਗ ਬਹਾਦਰ ਜੀ ਦੇ ਵਿੱਚ ਤੇ ਇਹਨਾਂ ਦੇ ਵਿੱਚ। ਅੱਛਾ, ਹੁਣ ਸ਼ਹੀਦ ਕਿਉਂ ਕੀਤਾ? ਇਹਦਾ ਕੀ ਕਾਰਨ ਹੈ? ਵੈਸੇ ਚਲੋ ਮੈਂ ਤੁਹਾਨੂੰ ਤਾਂ ਦੱਸ ਰਿਹਾ, ਤੁਹਾਨੂੰ ਨੌਲੇਜ ਹੋਣੀ ਜ਼ਰੂਰੀ ਹੈ। ਹੁਣ ਇਹਦੇ ਨੰਬਰ ਆਫ ਕਾਰਨ ਸੀਗੇ, ਜਿਹੜੇ ਮੇਨ ਕਾਰਨ ਤੁਹਾਨੂੰ ਮੈਂ ਦੱਸ ਦਿੰਦਾ, 3-4 ਕਾਰਨ ਦੱਸੂਗਾ। ਸਭ ਤੋਂ ਪਹਿਲਾ ਕਾਰਨ ਤੁਹਾਨੂੰ ਮੈਂ ਦੱਸਦਾ, ਇੱਕ ਬੰਦਾ ਸੀਗਾ ਚੰਦੂ ਸ਼ਾਹ। ਇੱਕ ਬੰਦਾ ਸੀਗਾ ਚੰਦੂ ਸ਼ਾਹ। ਇਹਨੇ ਆਪਣੀ ਕੁੜੀ ਦਾ ਰਿਸ਼ਤਾ ਲੈ ਕੇ ਆਇਆ ਸੀ ਗੁਰੂ ਹਰਗੋਬਿੰਦ ਜੀ ਵਾਸਤੇ। ਗੁਰੂ ਹਰਗੋਬਿੰਦ ਜੀ ਕੌਣ ਨੇ? ਗੁਰੂ ਅਰਜਨ ਦੇਵ ਜੀ ਦੇ ਬੇਟੇ ਨੇ। ਇਹਨਾਂ ਵਾਸਤੇ ਰਿਸ਼ਤਾ ਲੈ ਕੇ ਆਇਆ ਸੀਗਾ, ਲੇਕਿਨ ਚੰਦੂ ਦੇ ਵਿੱਚ ਥੋੜਾ ਜਿਹਾ ਹੰਕਾਰ ਸੀਗਾ। ਇਹ ਆਪਣੇ ਆਪ ਨੂੰ ਧਨਾੜ ਸਮਝਦਾ ਸੀਗਾ, ਮੁਗਲਾਂ ਦੇ ਨਾਲ ਇਹਦੇ ਸੰਬੰਧ ਸੀਗੇ। ਤਾਂ ਗੁਰੂ ਮਹਾਰਾਜ ਜੀ ਨੇ ਮਨਾ ਕਰਤਾ, ਸੰਗਤ ਦੇ ਕਹਿਣ ਤੇ ਰਿਸ਼ਤਾ ਨਹੀਂ ਲਿਆ। ਤਾਂ ਇਹ ਵੀ ਬਹੁਤ ਖਾਰ ਖਾਂਦਾ ਸੀਗਾ। ਇਹ ਵੀ ਚਾਹੁੰਦਾ ਸੀਗਾ ਕਿ ਕਿਸੇ ਨਾ ਕਿਸੇ ਤਰ੍ਹਾਂ ਗੁਰੂ ਜੀ ਨੂੰ ਕੀ ਕੀਤਾ ਜਾਵੇ? ਸ਼ਹੀਦ ਕੀਤਾ ਜਾਵੇ, ਖਤਮ ਕੀਤਾ ਜਾਵੇ। ਦੂਜਾ ਕਾਰਨ ਤੁਹਾਨੂੰ ਮੈਂ ਦੱਸਿਆ ਵੀ ਜਿਹੜੇ ਹੁਸੈਨ ਹੋਣੇ ਆ, ਜਿਹੜੇ ਕਹਿੰਦੇ ਸਾਡੀ ਬਾਣੀ ਦਰਜ ਕਰੋ, ਤਾਂ ਗੁਰੂ ਸਾਹਿਬਾਨ ਜੀ ਨੇ ਨਹੀਂ ਦਰਜ ਕੀਤੀ, ਉਹ ਵੀ ਖਾਰ ਖਾਂਦੇ ਸੀਗੇ। ਤਾਂ ਉਹਨਾਂ ਨੇ ਵੀ ਬਹੁਤ ਉਂਗਲਾਂ ਲਾਈਆਂ ਜਹਾਂਗੀਰ ਨੂੰ ਜਾ ਕੇ। ਤੀਜਾ ਜਿਹੜਾ ਮੇਨ ਕਾਰਨ ਬਣਦਾ ਰਾਜੇ, ਅਮੀਰ ਖੁਸਰੋ। ਅਮੀਰ ਖੁਸਰੋ ਤੁਸੀਂ ਸਾਰੇ ਜਾਣਦੇ ਹੋ, ਬੇਟਾ ਸੀਗਾ ਆਪਣੇ, ਇਹ ਜਹਾਂਗੀਰ ਦਾ ਬੇਟਾ ਹੋਇਆ, ਠੀਕ ਹੈ, ਅਮੀਰ ਖੁਸਰੋ। ਤੇ ਅਮੀਰ ਖੁਸਰੋ ਕੀ ਸੀਗਾ? ਜਹਾਂਗੀਰ ਦਾ ਮੁੰਡਾ ਸੀ। ਜਹਾਂਗੀਰ ਬੜਾ ਮਤਲਬ ਨਸ਼ੇੜੀ ਬੰਦਾ ਸੀਗਾ, ਬੜਾ ਨਸ਼ਾ ਕਰਦਾ ਸੀ, ਸ਼ਰਾਬ ਬਹੁਤ ਪੀਂਦਾ ਸੀ। ਤੇ ਖੁਸਰੋ ਦੀ ਜਿਹੜੀ ਮਾਤਾ ਸੀਗੀ, ਮਤਲਬ ਮਤਰੇਈ ਮਾਂ ਸੀਗੀ ਇਹਦੀ, ਨੂਰ ਜਹਾਂ, ਸ਼ਾਇਦ, ਹਾਂ, ਨੂਰ ਜਹਾਂ ਇਹਦੀ ਮਾਤਾ ਸੀਗੀ। ਤੇ ਇਹਦੀ ਮਾਤਾ ਹੀ ਚਲਾਉਂਦੀ ਸੀਗੀ ਸਾਰਾ ਰਾਜ ਭਾਗ। ਤਾਂ ਖੁਸਰੋ ਨੇ ਇੱਕ ਦਿਨ ਆਪਣੇ ਪਿਤਾ ਜੀ ਨੂੰ ਕਿਹਾ ਵੀ ਤੁਸੀਂ ਤਾਂ ਦੇਖੋ ਸ਼ਰਾਬ ਦੇ ਵਿੱਚ ਰਹਿੰਦੇ ਹੋ, ਤੇ ਮਾਤਾ ਜੀ ਨਾ ਸਹੀ ਢੰਗ ਨਾਲ ਚਲਾ ਨਹੀਂ ਰਹੇ ਰਾਜ ਭਾਗ ਨੂੰ, ਪ੍ਰਜਾ ਬੜੀ ਦੁਖੀ ਹੈ। ਤਾਂ ਖੁਸਰੋ ਨੇ ਕਿਹਾ ਸੀ ਕਿ ਮੈਨੂੰ ਇੱਕ ਮੌਕਾ ਦਿਓ ਰਾਜ ਭਾਗ ਚਲਾਉਣ ਦਾ। ਤਾਂ ਇਹਨੂੰ ਬਹੁਤ ਗੁੱਸਾ ਆ ਗਿਆ, ਕਿਉਂਕਿ ਦੇਖੋ ਮਤਰੇਈ ਮਾਂ ਹੁੰਦੀ ਹੈ, ਕੋਈ ਮਾਂ ਹੁੰਦੀ ਜਿਹੜੀ ਕੋਈ ਸਕੀ ਮਾਂ ਮੰਨਦੀ ਹੈ ਮਤਰੇਈ, ਬਟ ਜ਼ਿਆਦਾਤਰ ਮਤਰੇਈ ਮਾਂ ਕੀ ਹੁੰਦੀ ਹੈ? ਬਦਸਲੂਕੀ ਕਰਦੀ ਹੈ ਬੱਚੇ ਨਾਲ। ਤਾਂ ਇਹਨੇ ਪਹਿਲਾਂ ਉਂਗਲਾਂ ਲਾ ਰੱਖੀਆਂ ਸੀਗੀਆਂ ਜਹਾਂਗੀਰ ਨੂੰ। ਤਾਂ ਜਹਾਂਗੀਰ ਨੇ ਹੁਕਮ ਦਿੱਤਾ ਵੀ ਖੁਸਰੋ ਨੂੰ ਫੜ ਕੇ ਮਾਰ ਦਿੱਤਾ ਜਾਵੇ, ਕਤਲ ਕਰ ਦਿੱਤਾ ਜਾਵੇ। ਤਾਂ ਖੁਸਰੋ ਨੇ ਪਹਿਲਾਂ ਹੀ ਪਲਾਨ ਸੀਗਾ ਵੀ ਜੇ ਨਾ ਮੰਨੇ ਮੈਂ ਉੱਥੋਂ ਭੱਜ ਜਾਵਾਂਗਾ। ਤਾਂ ਇਹ ਭੱਜ ਕੇ ਗੁਰੂ ਸਾਹਿਬ ਜੀ ਕੋਲੇ ਆ ਗਏ ਸੀਗੇ। ਦੇਖੋ ਗੁਰੂ ਘਰ ਦੇ ਵਿੱਚ ਹਰ ਇੱਕ ਬੰਦੇ ਨੂੰ ਸ਼ਰਨ ਮਿਲਦੀ ਹੈ, ਚਾਹੇ ਕੋਈ ਰਾਜਾ ਹੈ, ਚਾਹੇ ਕੋਈ ਗਰੀਬ ਹੈ। ਤਾਂ ਖੁਸਰੋ ਗੁਰੂ ਜੀ ਕੋਲੇ ਆ ਗਿਆ ਸੀਗਾ। ਤਾਂ ਲੋਕਾਂ ਨੇ ਜਾ ਕੇ ਇਹ ਮਤਲਬ ਕਿ ਸ਼ਿਕਾਇਤ ਲਾਈ ਜਹਾਂਗੀਰ ਕੋਲੇ ਕਿ ਖੁਸਰੋ ਨੂੰ ਪਨਾਹ ਦਿੱਤੀ ਹੈ ਗੁਰੂ ਅਰਜਨ ਦੇਵ ਜੀ ਨੇ। ਕਿਉਂਕਿ ਉਸ ਟਾਈਮ ਤੇ ਮੰਨ ਲਓ ਮੇਨ, ਜਿਵੇਂ ਆਪਾਂ ਮੰਨ ਲਓ ਹੁਣ ਕੋਈ ਭਗੌੜਾ ਹੋਵੇ, ਸਰਕਾਰ ਨੇ ਉੱਤੇ ਨਾਮ ਰੱਖਿਆ ਹੋਵੇ, ਤੇ ਉਹਨੂੰ ਆਪਾਂ ਆਪਣੇ ਘਰ ਦੇ ਵਿੱਚ ਪਨਾਹ ਦੇ ਦਈਏ ਤਾਂ ਆਪਾਂ ਵੀ ਗੁਨਾਹਗਾਰ ਹੋ ਗਏ। ਤਾਂ ਉਵੇਂ ਇਹਨਾਂ ਨੇ ਗੁਨਾਹਗਾਰ ਸਮਝਿਆ। ਇਹ ਵੀ ਇੱਕ ਕਾਰਨ ਬਣਦਾ ਗੁਰੂ ਸਾਹਿਬ ਜੀ ਦਾ। ਤੇ ਤੀਜਾ, ਉਹਨਾਂ ਨੂੰ ਜਹਾਂਗੀਰ ਨੂੰ ਜਾ ਕੇ ਇਹ ਕਿਹਾ ਵੀ ਗੁਰੂ ਅਰਜਨ ਦੇਵ ਜੀ ਨੇ ਇੱਕ ਆਪਣਾ ਗ੍ਰੰਥ ਚਲਾਇਆ ਜਿਹਦੇ ਵਿੱਚ ਉਹ ਮੁਸਲਮਾਨਾਂ ਦੇ ਬਾਰੇ ਮਾੜਾ ਬੋਲਦਾ ਹੈ, ਜਿਹਦੇ ਵਿੱਚ ਉਹਨੇ ਮਤਲਬ ਕਿ ਕੋਈ ਵੀ ਬਾਣੀ ਦਰਜ ਨਹੀਂ ਕੀਤੀ ਮੁਸਲਮਾਨਾਂ ਦੀ, ਤੇ ਜਿਹੜਾ ਕਿ ਸਰਾਸਰ ਗਲਤ ਸੀਗਾ। ਦੇਖੋ ਤੁਸੀਂ ਆਪ ਹੀ ਦੇਖੋ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹਿੰਦੂਆਂ ਦੀ, ਹਿੰਦੂ ਭਗਤਾਂ ਦੀ, ਆਪਣੇ ਚਮਾਰ ਜੀ ਬੈਠੇ ਨੇ, ਰਵਿਦਾਸ ਜੀ ਬੈਠੇ ਨੇ, ਠੀਕ ਹੈ, ਹਰੇਕ ਤਰ੍ਹਾਂ ਦੀ ਜਾਤ ਪਾਤ ਨੂੰ ਖਤਮ ਕਰਕੇ ਗੁਰੂ ਜੀ ਨੇ ਹਰ ਇੱਕ ਦੀ ਬਾਣੀ ਦਰਜ ਕੀਤੀ ਆ। ਸ਼ੇਖ ਫਰੀਦ ਜੀ ਬੈਠੇ ਨੇ, ਮੁਸਲਿਮ ਸੀਗੇ। ਤਾਂ ਉਹ ਇੱਕ ਸਰਾਸਰ ਇੱਕ ਗਲਤ ਸੀਗੀ, ਸਿਰਫ ਇੱਕ ਈਰਖਾ ਭਾਵਨਾ ਸੀਗੀ ਗੁਰੂ ਅਰਜਨ ਦੇਵ ਜੀ ਨੂੰ ਖਤਮ ਕਰਨ ਦੀ। ਇਹੀ ਕਾਰਨ ਬਣਿਆ ਕਿ ਜਹਾਂਗੀਰ ਨੇ ਕੀ ਕੀਤਾ? ਗੁਰੂ ਸਾਹਿਬ ਜੀ ਨੂੰ ਸ਼ਹੀਦ ਕੀਤਾ, ਠੀਕ ਹੈ। ਹੁਣ ਦੇਖੋ ਸ਼ਹੀਦੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਗੁਰੂ ਸਾਹਿਬ ਜੀ ਦੀ ਜਿਹੜੀ ਸ਼ਹੀਦੀ ਹੋਈ ਹੈ ਤੱਤੀ ਤਵੀ ਤੇ ਬੈਠ ਕੇ ਹੋਈ ਹੈ। ਹੁਣ ਉਹਦੇ ਪਿੱਛੇ ਵੀ ਇੱਕ ਕਾਰਨ ਸੀਗਾ ਵੀ ਤੱਤੀ ਤਵੀ ਤੇ ਕਿਉਂ ਬਿਠਾਇਆ ਗਿਆ, ਮਤਲਬ ਇਸ ਤਰ੍ਹਾਂ ਹੀ ਕਿਉਂ ਸ਼ਹੀਦ ਕੀਤਾ ਗਿਆ? ਕਿਉਂਕਿ ਉਸ ਟਾਈਮ ਤੇ ਮੁਸਲਮਾਨਾਂ ਦੇ ਵਿੱਚ ਇੱਕ ਕਥਾ ਪ੍ਰਚਲਿਤ ਸੀਗੀ। ਉਹ ਕੀ ਕਹਿੰਦੇ ਸੀਗੇ? ਉਹ ਕਹਿੰਦੇ ਸੀਗੇ ਵੀ ਮੰਨ ਲਓ ਜੇ ਆਪਾਂ ਕਿਸੇ ਸੂਫੀ ਸੰਤ ਨੂੰ ਜਾਂ ਕਿਸੇ ਭਗਤ ਨੂੰ ਦੀ ਆਪਾਂ ਕਤਲ ਕਰਦੇ ਹਾਂ,
ਜੇ ਉਹਦਾ ਖੂਨ ਡੁੱਲਦਾ ਨਾ ਧਰਤੀ ਦੇ ਉੱਪਰ, ਜੇ ਮੰਨ ਲਓ ਉਹਦਾ ਖੂਨ ਧਰਤੀ ਦੇ ਉੱਪਰ ਡੁੱਲਦਾ ਹੈ ਤਾਂ ਉੱਥੋਂ ਨਵੇਂ ਸੂਰਮੇ ਪੈਦਾ ਹੁੰਦੇ ਆ। ਉਹ ਕਹਿੰਦੇ ਆਪਾਂ ਮਤਲਬ ਖੂਨ ਨਹੀਂ ਵਹਾਉਣਾ, ਇਹਨਾਂ ਦਾ ਖੂਨ ਸਾੜਨਾ ਹੈ ਆਪਾਂ ਕਿਸੇ ਤਰੀਕੇ ਦੇ ਨਾਲ। ਤਾਂ ਕਿਸੇ ਨੇ ਫਿਰ ਸਲਾਹ ਦਿੱਤੀ ਵੀ ਇਹਨਾਂ ਨੂੰ ਤੱਤੀ ਤਵੀ ਤੇ ਬਿਠਾਓ, ਸਿਰ ਦੇ ਉੱਪਰ ਤੱਤੀ ਰੇਤ ਪਾਓ, ਠੀਕ ਹੈ ਜੀ। ਇਹਨਾਂ ਨੇ ਪੂਰੇ ਤਸੀਹੇ ਦਿੱਤੇ ਗੁਰੂ ਜੀ ਨੂੰ, ਤੇ ਤਸੀਹੇ ਦਿੱਤੇ ਕਰਕੇ ਗੁਰੂ ਜੀ ਕੀ ਕਰ ਗਏ ਜੀ, ਜੋਤੀ ਜੋਤ ਸਮਾ ਗਏ ਤੇ 1606 ਲਾਹੌਰ ਵਿਖੇ। ਤਾਂ ਯਾਦ ਰੱਖਣਾ ਜੀ, ਜਹਾਂਗੀਰ ਨੇ ਕੀਤਾ ਸੀ ਸਾਰਾ ਕੰਮ। ਓਕੇ ਹੈ ਜੀ। ਚਲੋ ਇਹ ਸਾਰਾ ਕੁਝ ਹੋ ਗਿਆ, ਅੱਗੇ ਜਾ ਕੇ ਆਪਾਂ ਦੇਖਾਂਗੇ ਫਿਰ ਗੁਰੂ ਹਰਗੋਬਿੰਦ ਜੀ ਆਉਣਗੇ, ਕਿਵੇਂ ਉਹ ਦੋ ਤਲਵਾਰਾਂ ਪਾਉਂਦੇ ਆ, ਉਹਦਾ ਕੀ ਕਾਰਨ ਸੀ ਦੋ ਤਲਵਾਰਾਂ ਪਾਉਣ ਦਾ, ਉਹ ਵੇਖਾਂਗੇ ਆਪਾਂ ਨੈਕਸਟ ਵੀਡੀਓ ਦੇ ਵਿੱਚ। ਤੇ ਹੁਣ ਜਿਵੇਂ ਤੁਹਾਨੂੰ ਮੈਂ ਕਿਹਾ ਸੀਗਾ, ਪਹਿਲੇ 5 ਗੁਰੂ ਸਾਹਿਬਾਨ ਜੀ ਬਾਰੇ ਆਪਾਂ ਪੜ੍ਹ ਚੁੱਕੇ ਹਾਂ, ਤੇ ਤੁਸੀਂ ਹੁਣ ਆਪਣੀ ਨੌਲੇਜ ਟੈਸਟ ਕਰਨੀ ਹੈ। ਮੈਂ 1 ਸੈਕਿੰਡ ਦੇ ਬਾਅਦ ਆਨਸਰ ਬੋਲਿਆ ਕਰੂੰਗਾ, ਤੁਸੀਂ ਦੇਖਣਾ ਵੀ ਤੁਹਾਡੇ ਕਿੰਨੇ ਕੁਐਸਚਨ ਠੀਕ ਹੁੰਦੇ ਆ। ਇਹ ਕੁਐਸਚਨ ਸਾਰੇ ਪੇਪਰਾਂ ਦੇ ਵਿੱਚ ਆਏ ਹੋਏ ਆ, ਵਾਰ-ਵਾਰ ਪੁੱਛੇ ਜਾਂਦੇ ਆ। ਦੇਖੋ ਜੀ, ਲਾਵਾਂ, ਲਾਵਾਂ ਜਿਹੜੇ ਕਹਿੰਦਾ ਸਿੱਖ ਵਿਆਹ ਦੀ ਇੱਕ ਰਸਮ ਹੈ, ਕਿਹੜੇ ਗੁਰੂ ਸਾਹਿਬਾਨ ਜੀ ਦੀ ਰਚਨਾ ਹੈ, ਕਿਹਨੇ ਸ਼ੁਰੂ ਕੀਤਾ ਸੀ ਜੀ ਲਾਵਾਂ ਦੀ ਪ੍ਰਥਾ? ਤੁਸੀਂ ਦੱਸ ਸਕਦੇ ਹੋ ਜੀ, ਗੁਰੂ ਅਰਜਨ ਦੇਵ, ਗੁਰੂ ਅੰਗਦ ਦੇਵ, ਗੁਰੂ ਰਾਮਦਾਸ ਜੀ, ਉਪਰੋਕਤ ਵਿੱਚੋਂ ਕੋਈ ਨਹੀਂ। ਤਾਂ ਤੁਹਾਨੂੰ ਇੱਥੇ ਆਨਸਰ ਮਿਲ ਗਿਆ ਹੋਊਗਾ ਗੁਰੂ ਰਾਮਦਾਸ ਜੀ, ਕਿਉਂਕਿ ਤੁਹਾਨੂੰ ਮੈਂ ਦੱਸਿਆ ਆਨੰਦ ਸਾਹਿਬ ਦੀ ਰਚਨਾ ਕਿਹਨੇ ਕੀਤੀ ਹੈ, ਤੀਸਰੇ ਗੁਰੂ ਸਾਹਿਬਾਨ ਜੀ ਨੇ ਕੀਤੀ ਹੈ। ਆਨੰਦ ਸਾਹਿਬ ਦੀ ਰਚਨਾ ਕਿਹਨੇ ਕੀਤੀ ਹੈ, ਤੀਸਰੇ ਗੁਰੂ ਨੇ ਕੀਤੀ ਹੈ। ਉਸ ਤੋਂ ਬਾਅਦ ਕੀ ਹੁੰਦੀਆਂ ਜੀ ਲਾਵਾਂ, ਤਾਂ ਲਾਵਾਂ ਦੀ ਰਚਨਾ ਕਿਹਨੇ ਕੀਤੀ ਹੈ, ਚੌਥੇ ਗੁਰੂ ਸਾਹਿਬਾਨ ਜੀ ਨੇ ਕੀਤੀ ਹੈ। ਤਾਂ ਆਨਸਰ ਕੀ ਆ ਜਾਊਗਾ, ਗੁਰੂ ਰਾਮਦਾਸ ਜੀ ਆ ਜਾਊਗਾ। ਤਾਂ ਅੱਗੇ ਆ ਗਿਆ ਜੀ ਕੁਐਸਚਨ ਆਨੰਦ ਸਾਹਿਬ, ਤੁਹਾਨੂੰ ਮੈਂ ਦੱਸ ਦਿੱਤਾ ਜੀ ਆਨੰਦ ਸਾਹਿਬ ਰਾਮਕਲੀ ਮਹੱਲਾ ਤੀਜਾ। ਤਾਂ ਤੀਸਰੇ ਗੁਰੂ ਸਾਹਿਬਾਨ ਕਿਹੜੇ ਹੋਏ ਨੇ ਆਪਣੇ, ਗੁਰੂ ਅਮਰਦਾਸ ਜੀ ਹੋਏ ਨੇ। ਤਾਂ ਰਾਈਟ ਆਨਸਰ ਕੀ ਬਣ ਜਾਊਗਾ, ਸੀ ਬਣ ਜਾਊਗਾ। ਅੱਗੇ ਕਹਿੰਦੇ ਆ ਜੀ, ਕਿਹੜੇ ਮੁਗਲ ਸਮਰਾਟ ਨੂੰ ਗੁਰੂ ਅਮਰਦਾਸ ਜੀ ਨਾਲ ਮੁਲਾਕਾਤ ਕਰਨ ਤੋਂ ਪਹਿਲਾਂ ਲੰਗਰ ਛਕਿਆ ਸੀਗਾ? ਤਾਂ ਕਿਹਨੇ ਛਕਿਆ ਸੀ ਭਾਈ? ਤਾਂ ਉਹ ਸੀਗਾ ਜੀ ਆਪਣਾ ਅਕਬਰ। ਤੁਹਾਨੂੰ ਮੈਂ ਦੱਸਿਆ ਜੀ, ਅਕਬਰ ਹੀ ਇਦਾਂ ਦਾ ਬਾਦਸ਼ਾਹ ਹੋਇਆ ਜਿਹੜਾ ਕਿ ਬਹੁਤ ਨਰਮ ਦਿਲ ਦਾ ਸੀਗਾ, ਸਹੀ ਸੁਭਾਅ ਦਾ ਸੀਗਾ, ਤੇ ਜਿਹੜਾ ਹਰੇਕ ਧਰਮ ਨੂੰ ਪਿਆਰ ਕਰਦਾ ਸੀ। ਤਾਂ ਅਕਬਰ ਰਾਈਟ ਆਨਸਰ ਆ ਜਾਊਗਾ। ਅੱਗੇ ਗੱਲ ਕਰਦੇ ਹਾਂ ਜੀ, ਹੇਠ ਲਿਖਿਆਂ ਵਿੱਚੋਂ ਮੁਗਲਾਂ ਵਿੱਚੋਂ ਕੌਣ ਗੁਰੂ ਨਾਨਕ ਦੇਵ ਜੀ ਦੇ ਸਮਕਾਲੀ ਸਮਰਾਟ ਨੇ? ਤੁਹਾਨੂੰ ਮੈਂ ਦੱਸਿਆ ਜੀ, ਬਾਬਰ ਨੂੰ ਜਾਬਰ ਕਿਹਨੇ ਕਿਹਾ ਸੀਗਾ, ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ। ਤਾਂ ਰਾਈਟ ਆਨਸਰ ਕੀ ਬਣ ਜਾਊਗਾ, ਬਾਬਰ। ਤੇ ਦੂਸਰਾ ਕਿਹੜਾ ਸੀਗਾ ਜੀ, ਤੁਸੀਂ ਕਮੈਂਟ ਕਰ ਸਕਦੇ ਹੋ, ਬਾਬਰ ਤਾਂ ਸੀਗਾ ਸਮਕਾਲੀ, ਇੱਕ ਹੋਰ ਸਮਕਾਲੀ ਵੀ ਸੀਗਾ, ਤੁਸੀਂ ਉਹ ਆਨਸਰ ਮੈਨੂੰ ਕਮੈਂਟ ਜ਼ਰੂਰ ਕਰਨਾ ਕਮੈਂਟ ਬਾਕਸ ਦੇ ਵਿੱਚ। ਅੱਗੇ ਗੱਲ ਕਰਦੇ ਹਾਂ ਜੀ, ਗੁਰੂ ਰਾਮਦਾਸ ਜੀ ਦਾ ਬਚਪਨ ਦਾ ਨਾਮ ਕੀ ਸੀਗਾ? ਤਾਂ ਤੁਹਾਨੂੰ ਸਾਰਿਆਂ ਨੂੰ ਮੈਂ ਦੱਸ ਕੇ ਹਟਿਆ। ਹੁਣ ਇੱਥੇ ਬੱਚੇ ਕਨਫਿਊਜ਼ ਨਾ ਹੋਇਓ ਲਹਿਣਾ ਜੀ ਤੇ ਜੇਠਾ ਜੀ ਦੇ ਵਿੱਚ, ਕਿਉਂਕਿ ਦੇਖੋ ਥਿਊਰੀ ਪੜ੍ਹਨ ਦਾ ਹੀ ਫਾਇਦਾ ਹੈ। ਲਹਿਣਾ ਜੀ ਕਿਹਦਾ ਨਾਮ ਸੀਗਾ, ਗੁਰੂ ਅੰਗਦ ਦੇਵ ਜੀ ਦਾ ਨਾਮ ਸੀਗਾ, ਤੇ ਜੇਠਾ ਜੀ ਕਿਹਦਾ ਨਾਮ ਸੀਗਾ, ਗੁਰੂ ਰਾਮਦਾਸ ਜੀ ਦਾ ਨਾਮ ਸੀਗਾ। ਅੱਗੇ ਗੱਲ ਕਰਦੇ ਹਾਂ ਜੀ, ਕਿਹੜੇ ਸਿੱਖ ਗੁਰੂ ਸਾਹਿਬ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਲਿਖੀ? ਤੁਹਾਨੂੰ ਮੈਂ ਦੱਸਿਆ, ਜਿਹੜੇ ਗੁਰੂ ਅੰਗਦ ਦੇਵ ਜੀ ਨੇ ਕਲੈਕਟ ਕਰਕੇ ਫੈਕਟ ਬਾਲਾ ਜੀ ਤੋਂ ਤਾਂ ਲਿਖੀ ਸੀਗੀ ਬਾਲੇ ਵਾਲੀ ਜਨਮ ਸਾਖੀ। ਤਾਂ ਗੁਰੂ ਅੰਗਦ ਦੇਵ ਜੀ ਰਾਈਟ ਆਨਸਰ ਆ ਜਾਊਗਾ। ਅੱਗੇ ਗੱਲ ਕਰਦੇ ਹਾਂ ਜੀ, ਕਿਹੜੇ ਗੁਰੂ ਸਾਹਿਬ ਜੀ ਦੁਆਰਾ ਮਸੰਦ ਪ੍ਰਥਾ ਸ਼ੁਰੂ ਕੀਤੀ ਗਈ? ਤਾਂ ਦੇਖੋ ਹੁਣ ਕਨਫਿਊਜ਼ ਨਹੀਂ ਹੋਣਾ, ਮੰਜੀ ਪ੍ਰਥਾ ਕਿਹਨੇ ਕੀਤੀ, ਥਰਡ ਗੁਰੂ ਨੇ, ਤੇ ਚੌਥੇ ਗੁਰੂ ਸਾਹਿਬਾਨ ਜੀ ਨੇ ਕੀ ਕੀਤੀ ਸੀਗੀ, ਮਸੰਦ ਸਿਸਟਮ। ਤਾਂ ਗੁਰੂ ਰਾਮਦਾਸ ਜੀ। ਕਲੀਅਰ ਹੈ ਜੀ। ਦੇਖੋ ਇਦਾਂ ਥਿਊਰੀ ਪੜੋਗੇ ਕਦੇ ਵੀ ਆਨਸਰ ਗਲਤ ਨਹੀਂ ਹੋਊਗਾ। ਅੱਛਾ ਜੀ, ਹੁਣ ਕਿਸ ਸਾਲ ਦੇ ਵਿੱਚ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਕਲਨ ਪੂਰਾ ਹੋਇਆ? ਤੁਹਾਨੂੰ ਮੈਂ ਦੱਸ ਕੇ ਹਟਿਆ 1604 ਦੇ ਵਿੱਚ। ਕਿਹਦੇ ਹੋਇਆ ਜੀ, 1604 ਦੇ ਵਿੱਚ ਹੋਇਆ। ਅੱਗੇ ਚੱਲਦੇ ਹਾਂ ਜੀ, ਸੁਖਮਣੀ ਸਾਹਿਬ ਕਿਹੜੇ ਗੁਰੂ ਸਾਹਿਬ ਜੀ ਦੀ ਰਚਨਾ ਹੈ? ਤੇ ਤੁਹਾਨੂੰ ਮੈਂ ਦੱਸ ਕੇ ਹਟਿਆ ਬੇਟੇ, ਕਿੰਨੀਆਂ ਪੌੜੀਆਂ ਹੁੰਦੀਆਂ ਸੁਖਮਣੀ ਸਾਹਿਬ ਦੇ ਵਿੱਚ, ਇਹ ਤੁਸੀਂ ਮੈਨੂੰ ਕਮੈਂਟ ਕਰਨਾ। ਦੇਖੋ ਕਮੈਂਟ ਬਾਕਸ ਦੇ ਵਿੱਚ ਕਮੈਂਟ ਜ਼ਰੂਰ ਕਰਿਆ ਕਰੋ, ਪਾਰਟਿਸਿਪੇਟ ਕਰਿਆ ਕਰੋ, ਤਾਂ ਇੰਟਰਸਟ ਕ੍ਰੀਏਟ ਹੁੰਦਾ, ਮੇਰਾ ਵੀ ਇੰਟਰਸਟ ਬਣਦਾ ਹੈ, ਤੁਹਾਡਾ ਵੀ ਬਣੂਗਾ। ਤਾਂ ਸੁਖਮਣੀ ਸਾਹਿਬ ਕਿਹਦੀ ਹੈ ਜੀ, ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ ਦੀ ਬਾਣੀ ਹੈ। ਕਿੰਨੀਆਂ ਪੌੜੀਆਂ ਨੇ, ਕਿੰਨੀਆਂ ਅਸ਼ਟਪਦੀਆਂ ਨੇ, ਤੁਸੀਂ ਮੈਨੂੰ ਕੀ ਕਰ ਸਕਦੇ ਹੋ, ਕਮੈਂਟ ਕਰ ਸਕਦੇ ਹੋ। ਅੱਗੇ ਆ ਜੀ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਿੰਨੇ ਭਗਤਾਂ ਦੀ ਬਾਣੀ ਦਰਜ ਹੈ? ਤੁਹਾਨੂੰ ਮੈਂ ਦੱਸ ਕੇ ਹਟਿਆ ਰਾਜੇ, 15 ਭਗਤ ਨੇ, 11 ਭੱਟ ਨੇ, ਤੇ 31 ਰਾਗ ਨੇ, ਤੇ 4 ਕੀ ਹੈ, ਗੁਰਸਿੱਖਾਂ ਦੀ ਬਾਣੀ ਦਰਜ ਹੈ। ਠੀਕ ਹੈ, 4 ਤੇ 3 ਚਲੋ ਆਪਾਂ ਫੈਕਟ ਵੱਖਰੇ ਵੱਖਰੇ ਨੇ, ਉਹ ਵੈਸੇ ਪੁੱਛਿਆ ਨਹੀਂ ਗਿਆ ਕਦੇ। ਅੱਗੇ ਗੱਲ ਕਰਦੇ ਹਾਂ ਜੀ, ਹੇਠ ਲਿਖੇ ਵਿੱਚੋਂ ਕਿਸ ਸਰੋਵਰ ਦਾ ਨਿਰਮਾਣ ਗੁਰੂ ਅਰਜਨ ਦੇਵ ਜੀ ਨੇ ਕੀਤਾ? ਹੁਣ ਦੇਖੋ ਜੀ, ਸਾਰੀਆਂ ਆਪਸ਼ਨਾਂ ਪੜ੍ਹਨੀਆਂ ਜ਼ਰੂਰੀ ਹੈ। ਸੰਤੋਖਸਰ ਹੋ ਗਿਆ, ਰਾਮਸਰ ਸਰੋਵਰ ਹੋ ਗਿਆ, ਤਾਂ ਦੋਵੇਂ ਕੀ ਕੀਤੇ ਨੇ, ਗੁਰੂ ਅਰਜਨ ਦੇਵ ਜੀ ਨੇ ਕੀਤੇ ਨੇ। ਤੇ ਰਾਈਟ ਆਨਸਰ ਕੀ ਬਣ ਜਾਊਗਾ, A ਐਂਡ B। 101% ਆਉਣ ਵਾਲਾ ਕੁਐਸਚਨ ਹੈ PPSC ਦੇ ਵਿੱਚ ਜਾਂ ਤੁਹਾਡੇ ਪੰਜਾਬ ਦੇ ਕਿਸੇ ਹੋਰ ਐਗਜ਼ਾਮ ਦੇ ਵਿੱਚ। ਅੱਗੇ ਗੱਲ ਕਰਦੇ ਹਾਂ ਜੀ, ਗੁਰੂ ਅਰਜਨ ਦੇਵ ਜੀ ਨੇ ਇੱਕ ਪਿੰਡ ਵਸਾਇਆ, ਰੋਹੇਲਾ ਪਿੰਡ, ਉਹਦਾ ਨਾਮ ਕੀ ਰੱਖਿਆ ਦੁਬਾਰਾ? ਤਾਂ ਉਹਦਾ ਨਾਮ ਰੱਖਿਆ ਜੀ ਸ਼੍ਰੀ ਹਰਗੋਬਿੰਦਪੁਰ। ਠੀਕ ਹੈ, ਹਰਗੋਬਿੰਦਪੁਰ ਕੱਲਾ ਜਾਂ ਸ਼੍ਰੀ ਹਰਗੋਬਿੰਦਪੁਰ, ਠੀਕ ਹੈ, ਤੁਸੀਂ ਯਾਦ ਕਰ ਸਕਦੇ ਹੋ। ਅੱਗੇ ਚੱਲਦੇ ਆ ਜੀ, ਗੁਰੂ ਰਾਮਦਾਸ ਜੀ ਦਾ ਬਚਪਨ ਦਾ ਨਾਮ, ਚਲੋ ਕੁਐਸਚਨ ਸ਼ਾਇਦ ਮੇ ਵੀ ਰਿਪੀਟ ਹੋ ਗਿਆ। ਠੀਕ ਹੈ, ਤਾਂ ਇੱਥੇ ਆਊਗਾ ਜੀ ਭਾਈ ਜੇਠਾ ਜੀ। ਠੀਕ ਹੈ ਜੀ, ਭਾਈ ਜੇਠਾ ਜੀ। ਅੱਗੇ ਗੱਲ ਕਰਦੇ ਹਾਂ ਜੀ ਆਪਾਂ, ਥੋੜਾ ਮੈਮਰੀ ਟੈਸਟ ਹੋ ਜੇ, ਲਾਸਟ ਕੁਐਸਚਨ ਦਾ ਆਨਸਰ ਤੁਸੀਂ ਕਰਕੇ ਜਾਓਗੇ, ਇਹ ਮੈਂ ਨਹੀਂ ਕਰੂੰਗਾ। ਕਹਿੰਦੇ ਜੀ, ਹੇਠ ਲਿਖਿਆਂ ਵਿੱਚੋਂ ਕਿਸ ਗੁਰੂ ਸਾਹਿਬ ਜੀ ਨੇ ਸਤੀ ਅਤੇ ਪਰਦਾ ਪ੍ਰਥਾ ਖਤਮ ਕੀਤੀ? ਅੱਛਾ ਜੀ,
ਆਪਾਂ ਪੜ੍ਹਦੇ ਹਾਂ ਸਾਰੇ ਹੀ ਅੰਗਰੇਜ਼ਾਂ ਨੂੰ ਪੜ੍ਹਿਆ ਹੋਇਆ ਆਪਾਂ, ਠੀਕ ਹੈ, ਆਪਾਂ ਸਾਰੇ ਗਵਰਨਰ ਜਨਰਲ ਪੜ੍ਹੇ ਹੋਏ ਹੈ। ਉਹ ਤੁਹਾਨੂੰ ਪਤਾ ਹੀ ਹੋਊਗਾ ਵੀ ਕਿਹਨੇ ਸਤੀ ਪ੍ਰਥਾ ਖਤਮ ਕੀਤੀ ਹੈ, ਬਟ ਕਿਹੜੇ ਗੁਰੂ ਸਾਹਿਬਾਨ ਜੀ ਨੇ ਸਤੀ ਪ੍ਰਥਾ ਨੂੰ ਖਤਮ ਕਰਨ ਦੀ ਪਹਿਲ ਕੀਤੀ ਸੀਗੀ, ਇਹ ਕੁਐਸਚਨ ਮੋਸਟ ਇੰਪੋਰਟੈਂਟ ਹੈ। ਅਗਰ ਤੁਹਾਨੂੰ ਨਹੀਂ ਪਤਾ ਹੋਊਗਾ ਆਨਸਰ ਇਹਦਾ, ਆਪਾਂ ਅਗਲੀ ਵੀਡੀਓ 'ਚ ਡਿਸਕਸ ਕਰਾਂਗੇ। ਫਿਲਹਾਲ ਦੀ ਘੜੀ ਮੈਂ ਛੱਡ ਰਿਹਾ ਤੁਹਾਡੇ ਵਾਸਤੇ ਹੋਮਵਰਕ। ਤੁਸੀਂ ਮੈਨੂੰ ਕਮੈਂਟ ਕਰਨਾ ਵੀ ਕਿਹੜੇ ਗੁਰੂ ਸਾਹਿਬਾਨ ਜੀ ਨੇ ਸਤੀ ਪ੍ਰਥਾ ਤੇ ਪਰਦਾ ਪ੍ਰਥਾ ਦੀ ਸਖਤ ਮਨਾਹੀ ਕੀਤੀ ਸੀ। ਤਾਂ ਕਮੈਂਟ ਬਾਕਸ ਦੇ ਵਿੱਚ ਆਈ ਹੋਪ ਤੁਸੀਂ ਜ਼ਰੂਰ ਆਨਸਰ ਕਰੋਗੇ, ਤੇ ਮੈਨੂੰ ਲੱਗਦਾ ਤੁਹਾਨੂੰ ਇਹ ਕਲਾਸ ਜ਼ਰੂਰ ਪਸੰਦ ਆ ਰਹੀ ਹੋਊਗੀ। ਤੇ ਡੈਫੀਨੇਟਲੀ ਬੇਟੇ ਇਹ ਤੁਹਾਨੂੰ ਹੈਲਪ ਕਰੂਗੀ ਤੁਹਾਡੇ ਆਉਣ ਵਾਲੇ ਪੇਪਰਾਂ ਦੇ ਵਿੱਚ। ਪੜ੍ਹਦੇ ਰਹੋ, ਧਨ ਇਕੱਠਾ ਕਰਦੇ ਰਹੋ, ਨੌਲੇਜ ਇਕੱਠੀ ਕਰੋ ਤੇ ਅੱਗੇ ਬਣਦੇ ਰਹੋ। ਪਰਮਾਤਮਾ ਭਲਾ ਕਰੇ, ਜਲਦੀ ਤੁਹਾਡੇ ਸੁਪਨੇ ਪੂਰੇ ਹੋਣ। ਸਰਬਤ ਦਾ ਭਲਾ, ਵਾਹਿਗੁਰੂ ਮਿਹਰ ਕਰੇ।